please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਦਰਸ਼ਕੋ, ਅੰਬਰਾਂ ਦੇ ਸਰਨਾਵੇਂ ਨਾਲ ਜੁੜੇ ਮੇਰੇ ਸਾਰੇ ਸਾਹਿਤਕਾਰ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਹੋ। ਅੱਜ ਮਨਦੀਪ ਕੌਰ ਸਿੱਧੂ ਦੇ ਸਟੂਡੀਓ 'ਚ ਟਾਂਗਰਾ ਵਿਖੇ ਸਾਹਿਤ ਦੀ ਜਾਨੀ ਮਾਨੀ ਸ਼ਖਸੀਅਤ, ਵਿਲੱਖਣ ਸੁਰ ਵਾਲੀ ਕਵਿੱਤਰੀ, ਲੇਖਕ, ਦਬੰਗ ਲੇਡੀ ਜਿਨ੍ਹਾਂ ਨੂੰ ਕਿਹਾ ਜਾਂਦਾ, ਮਨਜੀਤ ਇੰਦਰਾ ਜੀ ਸਾਡੇ ਦਰਮਿਆਨ ਨੇ। ਮਨਜੀਤ ਇੰਦਰਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਇੱਥੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮਨਜੀਤ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ। ਸਮਾਜ ਲੇਖਕ ਤੋਂ ਕੀ ਚਾਹੁੰਦਾ ਵਾ ਤੇ ਲੇਖਕ ਸਮਾਜ ਤੋਂ ਕੀ ਚਾਹੁੰਦਾ, ਜਾਂ ਦੋਵੇਂ ਆਪਣੇ ਆਪ ਤੋਂ ਕੀ ਚਾਹੁੰਦੇ ਆ? ਜਿਹੜਾ ਸਾਹਿਤ ਹੈ ਉਹ ਸਮਾਜ ਦਾ ਦਰਪਣ ਹੈ। ਹਾਂਜੀ, ਠੀਕ ਹੈ। ਲੇਖਕ ਨੇ, ਸ਼ਾਇਰ ਨੇ ਸਾਰਾ ਕੁਝ ਸਮਾਜ ਤੋਂ ਲੈਣਾ। ਸਮਾਜ ਵਿੱਚ ਕੀ ਹੋ ਰਿਹਾ ਹੈ, ਉਹਦੀ ਨਜ਼ਰ ਸਮਾਜ ਦੀ ਖੂਬਸੂਰਤੀ ਤੇ ਜਿੱਥੇ ਪੈਂਦੀ ਹੈ, ਸਮਾਜ ਦੇ ਕੋਝ ਤੇ ਪੈਂਦੀ ਹੈ। ਲੇਖਕ ਆਪਣੀ ਦੁਨੀਆ ਵਸਾਉਂਦਾ ਹੈ, ਉਸ ਦੁਨੀਆ ਵਿੱਚ ਕੋਝ ਨੂੰ ਪਰੇ ਕਰਦਾ ਹੈ। ਜਿਹੜੀ ਉਹ ਆਪਣੀ ਦੁਨੀਆ ਨੂੰ ਬਣਾਉਂਦਾ ਹੈ, ਉਹ ਢਾਹ ਦਿੰਦਾ ਹੈ। ਜਿਹੜੀਆਂ ਕਲਮਾਂ ਨੇ ਉਹ ਸਮਾਜ ਨੂੰ ਹਲੂਣਦੀਆਂ ਨੇ, ਤਲਵਾਰਾਂ ਜਿਹੜੀਆਂ ਨੇ ਉਹ ਕੱਟਦੀਆਂ ਨੇ, ਕਲਮ ਜਿਹੜੀ ਹੈ ਉਹ ਚੇਂਜ ਲਿਆਉਂਦੀ ਹੈ। ਅੱਜ ਕੱਲ੍ਹ ਜਿੰਨੀਆਂ ਵੀ ਸਾਡੀਆਂ ਸਿਆਸਤਾਂ ਬਦਲੀਆਂ ਨੇ, ਜਿੰਨੀਆਂ ਸਮਾਜ ਬਦਲਿਆ, ਸਾਮਰਾਜ ਬਦਲੇ ਨੇ, ਸਾਮਰਾਜ ਉਲਟੇ ਨੇ, ਉਹ ਇੱਕ ਕਲਮ ਦੀ ਕਰਾਮਾਤ ਨਾਲ ਉਲਟੇ ਨੇ, ਨਾ ਕਿ ਉਹ ਕਤਲੇ ਗਾਰਤ ਨਾਲ ਉਲਟੇ ਨੇ। ਇਹ ਮਨਜੀਤ ਜੀ, ਜਿੱਦਾਂ ਆਪਾਂ ਤੁਹਾਡੀ ਘਰ ਦੇ ਮਾਹੌਲ ਦੀ ਗੱਲ ਕਰੀਏ, ਫੈਮਿਲੀ ਦੀ ਗੱਲ ਕਰੀਏ, ਮੈਂ ਨਿੱਜੀ ਤੌਰ 'ਤੇ ਵੀ ਤੁਹਾਡੇ ਪਿਤਾ ਜੀ ਨੂੰ ਵੀ ਮਿਲਿਆ। ਬੜੇ ਉਹ ਤੁਹਾਡੇ ਵਾਂਗੂ ਹੀ ਦਬੰਗ, ਕਾਮਰੇਡ ਸੁਭਾਅ ਦੇ ਮਾਲਕ, ਤੇ ਮਾਤਾ ਜੀ ਬਿਲਕੁਲ ਧਾਰਮਿਕ। ਮਤਲਬ ਉਹਨਾਂ ਦੇ ਵਿੱਚ ਤੁਸੀਂ ਰਿੜੇ ਜਵਾਨ ਹੋਏ, ਕਵਿਤਾਵਾਂ ਲਾਏ, ਤੇ ਦੋਨੇ ਇੱਕ ਦੂਜੇ ਦੇ ਆਪੋਜਿਟ ਜੇ ਦੇਖਿਆ ਜਾਵੇ ਤੇ ਤੁਹਾਡੇ ਤੇ ਕਿੰਨਾ ਦਾ ਜ਼ਿਆਦਾ ਰੰਗ ਚੜਿਆ, ਜਾਂ ਦੋਵਾਂ ਦਾ ਥੋੜਾ ਥੋੜਾ ਚੜਿਆ? ਤੁਸੀਂ ਕਿੱਦਾਂ ਮਹਿਸੂਸ ਕਰਦੇ? ਦੇਖੋ, ਗੱਲ ਇਹ ਹੈ ਕਿ ਵੀ ਮੈਂ ਦੋ ਉਲਟ ਧਰੁਵਾਂ ਦੀ ਪੈਦਾਵਾਰ ਹਾਂ। ਬਹੁਤ ਪੜ੍ਹੇ ਲਿਖੇ ਪਰਿਵਾਰ ਦੀ ਕੁੜੀ ਹਾਂ ਮੈਂ। ਪਿਤਾ ਮੇਰਾ, ਜਿਵੇਂ ਤੁਸੀਂ ਮਿਲੇ ਹੋ, ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਰਿਟਾਇਰਡ ਸੀ, ਮੇਰੇ ਟੀਚਰ ਰਹੇ ਮੇਰੇ। ਔਰ ਸਭ ਤੋਂ ਪਹਿਲਾਂ ਮੇਰਾ ਮਿੱਤਰ ਮੇਰਾ ਪਿਤਾ ਸੀ। ਮੇਰੀ ਮਾਂ ਉਸ ਵੇਲੇ ਦੀ ਮਿਊਜ਼ਿਕ ਵਿਸ਼ਾਰਦ ਦੀ MA ਸੀ, DAVs ਪੜ੍ਹੀ ਸੀ, ਲੇਕਿਨ ਬਹੁਤ ਧਾਰਮਿਕ ਸੀ। ਮੈਂ ਹੁਣ ਇੱਥੇ ਦੱਸਾਂ ਕਿ ਆਪਣੇ ਪਿਤਾ ਨੂੰ ਮੈਂ ਇੱਕ ਵਾਰ ਕਿਹਾ ਕਿ ਅਸੀਂ ਸਾਰੇ ਬਾਜੀ ਕਹਿੰਦੇ, ਮੈਂ ਬਾ ਕਹਿੰਦੀ ਸੀ। ਬਾ, ਮੰਨ ਲਓ ਮੂਲ ਧਨ 100 ਹੁੰਦਾ ਹੈ, ਮਹਿਬੂਬ ਇੱਕ ਹੋ ਸਕਦਾ ਹੈ। ਤੋ ਮੇਰੀ ਮਾਂ ਦਾ ਹੈ, ਤੁਸੀਂ ਦੇਖੋ ਜੇ ਕੀ ਕਰਦੀ ਹੈ, ਬਕਵਾਸ ਕਰਦੀ ਹੈ। ਮੇਰੇ ਪਾਪਾ ਕਹਿੰਦੇ ਵੀ ਹਾਂ ਕੁੜੇ ਕੀ ਕਹਿੰਦੀ ਸੀ? ਮੈਂ ਕਿਹਾ ਜੀ ਮੰਨ ਲਓ ਮੂਲ ਧਨ 100 ਹੈ ਤੇ ਮਹਿਬੂਬ ਇੱਕ ਹੋ ਸਕਦਾ ਹੈ। ਇੱਕ ਸੈਕਿੰਡ ਕਿ ਮੇਰੇ ਪਿਤਾ ਚੁੱਪ ਰਹੇ, ਕਹਿੰਦੇ ਹਾਂ ਇੱਕ ਹੋ ਸਕਦਾ ਹੈ, ਪਰ ਇੱਕ। ਤੋ ਇਹਦੇ 'ਚ ਤੁਸੀਂ ਕੀ ਸਮਝਦੇ ਹੋ ਕਿ ਮੇਰੀ ਮਾਂ ਉਹ ਸਮਾਜਿਕ ਵਰਜਣਾ ਦੇ ਵਿੱਚ ਬੱਚੀ ਹੋਈ ਸੀ।
ਮੇਰੇ ਪਿਤਾ ਬਤੌਰ ਕਾਮਰੇਡ ਖੁੱਲੇ ਦਿਮਾਗ ਦੇ, ਔਰ ਜੋ ਮੈਂ ਅੱਜ ਹਾਂ ਉਹ ਮੇਰਾ ਖਿਆਲ ਹੈ ਮੇਰੀ ਮਾਂ ਦਾ ਅਸਰ ਵੀ ਹੈ। ਮੈਂ ਰੱਬ ਦਾ ਖੌਫ ਵੀ ਖਾਂਦੀ ਆ, ਪਰ ਮੇਰੇ ਤੇ ਸਾਰੇ ਤੋਂ ਵੱਧ ਅਸਰ ਮੇਰੇ ਪਿਤਾ ਦਾ। ਉਹਨਾਂ ਦੇ ਨਾਲ ਮੈਂ ਤਾਂ ਦੇਖਿਆ, ਜਿਵੇਂ ਤੂੰ ਵੀ ਦੇਖਿਆ, ਕਿ ਲਾਸਟ ਉਮਰ ਵਿੱਚ ਵੀ ਮੈਂ ਆਪਣੇ ਪਿਤਾ ਨੂੰ ਪੁੱਤਰ ਵਾਂਗ ਵੀ ਰੱਖਿਆ, ਮੈਂ ਘੂਰਿਆ ਵੀ ਨਹੀਂ ਤੁਸੀਂ ਕੀ ਕਰਦੇ ਹੋ, ਐਦਾਂ ਨਹੀਂ ਕਰਨਾ। ਸ਼ੂਗਰ ਦਾ ਪੇਸ਼ੈਂਟ ਸੀ, ਮਾਂ ਮੇਰੀ ਬਹੁਤ ਜਲਦੀ ਮਰ ਗਈ ਸੀ। ਉਹ ਸਾਰੀ ਪਰਿਵਾਰ ਦੀ ਕਬੀਲਦਾਰੀ ਮੈਂ ਨਜਿੱਠੀ, ਜਿਹਦੇ 'ਚ ਮੇਰਾ ਪਿਤਾ ਵੀ ਸ਼ਾਮਲ ਰਿਹਾ। ਜੇ ਆਪਾਂ ਰੇਸ਼ੋ ਕੱਢਣੀ ਹੋਵੇ ਤਾਂ ਉਹ 75-25 ਬਣਦੀ ਹੈ। 25% ਮਾਂ ਦਾ ਔਰ 75% ਪਿਤਾ ਦਾ। ਪਿਤਾ ਵੱਲ ਵਧਾ ਵੀ ਦਿਓ ਤਾਂ ਮੇਰਾ ਖਿਆਲ ਹੈ ਕੋਈ। ਚਲੋ, ਬੜੀ ਦੋਨਾਂ ਦੇ ਸਵੇਲ 'ਚੋਂ ਬੜੀ ਖੂਬਸੂਰਤ ਸ਼ਖਸੀਅਤ ਸਾਡੇ ਕੋਲ ਬੈਠੇ ਨੇ ਅੱਜ। ਤੁਹਾਡੀ ਪਹਿਲੀ ਕਿਤਾਬ ਜਿਹੜੀ 1974 'ਚ ਆਈ ਤੇ ਕਰੀਬ ਤੁਹਾਡੇ ਸ਼ਾਇਰੀ ਦੇ ਸਫ਼ਰ ਨੂੰ 50 ਸਾਲ ਬੀਤ ਗਏ ਨੇ। ਉਹ ਪਹਿਲੀ ਰਚਨਾ ਵੱਲ ਤੁਸੀਂ ਕਿੱਦਾਂ ਆਏ? ਆਪਣੀ ਪਹਿਲੀ ਰਚਨਾ ਦੀ ਕਹਾਣੀ ਬਾਰੇ ਦੱਸੋ ਕਿ ਸ਼ਾਇਰੀ ਵੱਲ ਕਿਸ ਤਰ੍ਹਾਂ ਸਫ਼ਰ ਸ਼ੁਰੂ ਕੀਤਾ। ਦੇਖੋ, ਮੈਂ ਫੇਰ ਉਹੀ ਗੱਲ ਹੈ ਕਿ ਮੈਂ ਬੜੇ ਪੜ੍ਹੇ ਲਿਖੇ ਪਰਿਵਾਰ ਦੀ ਕੁੜੀ ਹਾਂ। ਘਰ 'ਚ ਮੇਰੇ ਮਾਤਾ ਪਿਤਾ ਦੋਨੋਂ ਹੀ ਪੜ੍ਹਦੇ ਸੀ। ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਮੈਗਜ਼ੀਨ ਨਹੀਂ ਸੀ ਹੁੰਦੇ। ਘਰ 'ਚ ਬਹੁਤ ਸਾਰੀਆਂ ਕਿਤਾਬਾਂ ਸੀਗੀਆਂ, ਅੰਗਰੇਜ਼ੀ ਦੀਆਂ, ਪੰਜਾਬੀ ਦੀਆਂ, ਹਿੰਦੀ ਦੀਆਂ, ਨਾਵਲ ਸੀਗੇ, ਜਨ ਸਾਹਿਤ ਸੀ, ਜਾਗਰਤੀ ਸੀ, ਪੰਜਾਬੀ ਦੁਨੀਆ ਸੀ, ਅੰਗਰੇਜ਼ੀ ਡਾਇਜੈਸਟ ਸੀ। ਉਹਨਾਂ ਸਾਰਿਆਂ ਨੂੰ ਪੜ੍ਹਨਾ। ਮੇਰੇ ਪਿਤਾ ਉਹਨਾਂ ਦਿਨਾਂ 'ਚ MA ਕਰਦੇ ਹੁੰਦੇ ਸੀ ਤੇ ਜੰਗਨਾਮਾ ਸ਼ਾਹ ਮੁਹੰਮਦ ਉਹਨਾਂ ਨੇ ਗਾ ਕੇ ਪੜ੍ਹਨਾ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਮੈਂ ਅਮਰਤਾ ਪ੍ਰੀਤਮ ਦੀ ਜਿਹੜੀ ਕਵਿਤਾ ਸੀ, ਮੇਰੀ ਮਾਂ ਨੂੰ ਮੈਂ ਗਾਉਂਦਿਆਂ ਸੁਣੀ, ਮਿਊਜ਼ਿਕ ਦੀ ਸੀਗੀ, ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਤੇ ਮੇਰਾ ਜੀ ਕਰਨਾ ਵੀ ਮੈਂ ਵੀ ਇਦਾਂ ਦੀ ਗੱਲ ਕਰਾਂ। ਤੋ ਮੇਰੀ ਜਿਹੜੀ ਪਹਿਲੀ ਕਵਿਤਾ ਸੀਗੀ, ਮੇਰਾ ਖਿਆਲ ਹੈ 6ਵੀਂ 7ਵੀਂ 'ਚ ਪੜ੍ਹਦੀ ਸੀ ਉਦੋਂ। ਮੇਰੇ ਵੇਲੇ ਜਿਹੜਾ ਸਮਾਂ ਰਿਹਾ ਕੋਈ ਅਮਨ ਸ਼ਾਂਤੀ ਦਾ ਨਹੀਂ ਰਿਹਾ, ਕਿ 1962 'ਚ ਪਾਕਿਸਤਾਨ ਚੀਨ ਨੇ ਹਮਲਾ ਕਰਤਾ, 65 'ਚ ਪਾਕਿਸਤਾਨ ਨੇ ਹਮਲਾ ਕਰਤਾ, 75 'ਚ ਫਿਰ ਪਾਕਿਸਤਾਨ ਨੇ ਹਮਲਾ ਕਰਤਾ। ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਦੇਸ਼ ਪਿਆਰ ਦੇ ਆਮ ਤੌਰ 'ਤੇ ਦੇਸ਼ ਭਗਤੀ ਸੀ, ਇਸ ਤਰ੍ਹਾਂ ਦੇ ਵਿੱਚ ਮੈਂ ਜਿਹੜੀ ਕਵਿਤਾ ਲਿਖੀ ਸੀ ਉਹ ਬਾਅਦ 'ਚ ਜਾਗਰਤੀ 'ਚ ਛਪੀ। ਮੇਰੀ 7ਵੀਂ ਜਮਾਤ ਦੀ ਕਵਿਤਾ ਲਿਖੀ ਹੋਈ, ਉਹਨਾਂ ਦੇ 7ਵੀਂ 8ਵੀਂ ਦੀ ਕਿਤਾਬ 'ਚ ਲੱਗੀ ਹੋਈ, ਪੜ੍ਹਾਈ ਜਾਂਦੀ ਹੈ। ਬਹੁਤ ਮੈਨੂੰ ਤੇ ਅੱਜ ਪਹਿਲੀ ਵਾਰੀ ਹੈ। ਮੇਰੇ ਵਤਨਾਂ ਦੇ ਰਖਵਾਲੇ, ਮੇਰੇ ਵਤਨਾਂ ਦੇ ਵਾਸੀ ਹੋਏ, ਤੇਰੀ ਮਹਿਮਾ ਮੈਂ ਗਾਵਾਂ ਵੇ। ਇਹ ਪਹਿਲੀ ਕਵਿਤਾ ਸੀਗੀ। ਚਲੋ, ਸਫ਼ਰ ਤੁਹਾਡਾ ਬੜਾ ਖੂਬਸੂਰਤ ਹੈ। ਜਿਵੇਂ ਪਿਤਾ ਜੀ ਮਤਲਬ ਗਾਉਂਦੇ ਸੀਗੇ, ਮਾਤਾ ਜੀ ਮਿਊਜ਼ਿਕ ਨਾਲ ਜੁੜੇ ਸੀ, ਉਹਦੇ 'ਚੋਂ ਮਨਜੀਤ ਇੰਦਰਾ ਨਿਕਲੀ। ਮਨਜੀਤ ਇੰਦਰਾ ਨੇ ਲਿਖਣਾ ਸ਼ੁਰੂ ਕਰ ਦਿੱਤਾ, ਕਵਿਤਾ ਵੱਲ ਧਿਆਨ ਗਿਆ। ਫਿਰ ਜਦੋਂ ਤੁਹਾਡੀ 6ਵੀਂ 7ਵੀਂ ਤੋਂ ਬਾਅਦ ਤੁਹਾਡੀ ਲਾਈਫ ਸ਼ੁਰੂ ਹੁੰਦੀ ਆ, ਕਾਲਜ ਜਾਂਦੇ ਆ ਤੁਸੀਂ, ਉਹਦੇ 'ਚ ਇਹ ਹੋਇਆ ਕਿ ਮੇਰੀ ਮਾਂ ਜਿਹੜੀ ਹੈ, ਤੁਹਾਨੂੰ ਦੱਸਾਂ, ਧਾਰਮਿਕ ਸੀ। ਮੇਰੀ ਜਿਹੜੀ ਪਹਿਲੀ ਕਿਤਾਬ ਹੈ ਮਹਿਬੂਬ ਇੱਕ ਹੁੰਦਾ ਹੈ, ਉਹ ਮੇਰੇ ਕਲਪਿਤ ਮਹਿਬੂਬ ਲਈ ਕਵਿਤਾ ਆ। ਮੈਂ ਜਿਹੜੀਆਂ ਕਵਿਤਾਵਾਂ ਲਿਖੀਆਂ ਫਿਰ ਉਹ ਕਿਵੇਂ ਕਿ ਵਿਚਲਾ ਜਿਹਾ ਰਸਤਾ ਮੈਂ ਟੋਲਿਆ। ਮੇਰੇ ਜੀਵਨ ਦਾ ਆਧਾਰ ਹੈ ਤੂੰ, ਮੇਰੇ ਜੀਵਨ ਦਾ ਪਤਵਾਰ ਹੈ ਤੂੰ, ਮੇਰੀ ਜੀਵਨ ਨਈਆ ਡੋਲ ਰਹੀ ਇਸ ਜੀਵਨ ਦਾ। ਮਤਲਬ ਮਾਂ ਨੂੰ ਲੱਗੇ ਕਿ ਇਹ ਧਾਰਮਿਕ ਕਵਿਤਾ ਆ, ਪਰ ਉਹ ਧਾਰਮਿਕ ਕਵਿਤਾ ਨਹੀਂ ਹੁੰਦੀ ਸੀ। ਮੈਂ ਉੱਥੇ ਹੀ ਗੱਲ ਆ ਰਿਹਾ ਕਿ ਜਦੋਂ ਇੱਕ ਉਮਰ ਹੁੰਦੀ ਆ, ਸਾਰੇ ਉਸ ਉਮਰ 'ਚੋਂ ਲੰਘਦੇ ਆ, ਮਤਲਬ ਵਿਚਲੇ ਰਸਤੇ ਤੋਂ ਬਾਅਦ ਜਿਹਨੂੰ ਤੁਸੀਂ ਕਲਪਿਤ ਦੀ ਗੱਲ ਕਰਦੇ ਆ, ਉਹ ਬਕਾਇਦਾ ਤੌਰ ਤੇ ਸਿੱਧਾ ਕਦੋਂ ਟੱਕਰਿਆ? ਮੈਂ ਸਿੱਧੀ ਇਸ਼ਕ ਦੀ ਗੱਲ ਕਰੋ ਤੁਸੀਂ ਆਪਣੇ ਦੀ। ਦੇਖੋ, ਸਿੱਧਾ ਟੱਕਰਿਆ ਉਹਨਾਂ ਦਿਨਾਂ 'ਚ ਤਾਂ ਨਹੀਂ ਟੱਕਰਿਆ। ਹਾਂ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੀ ਹਾਂ ਕਿ ਮੈਂ ਕਵਿਤਾਵਾਂ ਲਿਖੀਆਂ ਤਾਂ ਮੈਂ ਡਾਕਟਰ MS ਰੰਧਾਵਾ ਨੂੰ ਚਿੱਠੀ ਲਿਖੀ, ਔਰ ਰੰਧਾਵਾ ਸਾਹਿਬ ਨੇ 2 ਮਹੀਨੇ ਬਾਅਦ ਜਵਾਬ ਦਿੱਤਾ, ਹੈ ਤਾਰਿਆਂ ਦੇ ਛੱਜ 'ਚ ਲਿਖੇ ਹੈਗਾ, ਇਹ ਤੂੰ ਪੜ੍ਹੀ ਵੀ ਹੋਣੀ ਹੈ, 2nd ਐਡੀਸ਼ਨ ਆ ਰਹੀ ਹੈ, ਉਹ 'ਚ ਪੜ੍ਹਿਓ। ਜਿਹਨੇ ਮੋਹਨ ਸਿੰਘ ਨੂੰ ਜਾਣਨਾ ਹੈ, ਜਿਹੜੇ ਨਵੇਂ ਬੱਚੇ ਆ ਉਹਨਾਂ ਲਈ ਖਾਸ ਤੌਰ 'ਤੇ ਮੈਂ ਸਮਝਦੀ ਹਾਂ ਕਿ ਉਹ ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ ਨਹੀਂ ਕਿਹਾ, ਉਹ ਉਸ ਜਨਰੇਸ਼ਨ ਨੂੰ ਕਹਿ ਰਹੇ ਨੇ ਜਿਹੜੀ ਸਾਹਿਤ ਰਚਨਾ ਵੱਲ ਜਾ ਰਹੀ ਹੈ, ਜਿਹਨੇ ਰਚਨਾ ਹੈ ਸਾਹਿਤ। ਉਹ ਕਹਿ ਰਹੇ ਨੇ, ਜਦੋਂ ਮੈਨੂੰ ਉਹ ਕਹਿੰਦੇ ਨੇ, ਚਿੱਠੀ ਲਿਖਦੇ ਆ ਕਿ ਜਿਸ ਦਿਨ ਤੇਰਾ ਕਾਵ ਹੁਨਰ ਤੇਰੇ ਦਿਲ ਦਾ ਹਾਣੀ ਹੋ ਗਿਆ, ਦੁਨੀਆ ਆਪੇ ਮੰਨ ਜਾਏਗੀ। ਉਹ ਸਿਰਫ ਮੇਰੇ ਲਈ ਨਹੀਂ ਆ, ਮੈਂ ਸਮਝਦੀ ਹਾਂ ਕਿ ਅੱਜ ਦੇ ਲੇਖਕਾਂ ਲਈ ਵੀ ਹੈ। ਸੋ ਰੰਧਾਵਾ ਸਾਹਿਬ ਨੇ ਪ੍ਰੋਫੈਸਰ ਮੋਹਨ ਸਿੰਘ ਕੋਲ ਮੈਨੂੰ ਤੋਰਿਆ, ਜਿਨ੍ਹਾਂ ਨਾਲ ਮੈਂ 69 ਤੋਂ ਲੈ ਕੇ ਉਹਨਾਂ ਦੀ ਮੌਤ
3 ਮਈ 1978 ਤੱਕ ਮੈਂ ਉਹਨਾਂ ਦੇ ਸੰਗ ਸਾਥ ਰਹੀ, ਉਹਨਾਂ ਦੀ ਛਤਰ ਛਾਇਆ ਹੇਠ ਰਹੀ ਤੇ ਉਹਨਾਂ ਨੇ ਮੇਰੀ ਕਵਿਤਾ ਸਾਰੀ ਕਵਿਤਾ ਦੀ ਐਡੀਟਿੰਗ ਵੀ ਕੀਤੀ, ਉਹ ਕਵਿਤਾ ਦਾ ਮੁਖਬੰਧ ਵੀ ਲਿਖਿਆ ਔਰ ਉਹ ਕਵਿਤਾ ਛਪਵਾਈ ਨਾਨਕ ਸਿੰਘ ਨਾਵਲਿਸਟ ਦੇ ਬੇਟੇ ਕਮਲਜੀਤ ਸੂਰੀ ਤੋਂ। ਕਮਲਜੀਤ ਸਿੰਘ ਸੂਰੀ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਤੋਂ। ਇਹ ਮੇਰਾ ਪਹਿਲਾ ਸਫ਼ਰ ਸੀਗਾ। ਤੁਸੀਂ ਗੱਲ ਕੀਤੀ ਮੁਹੱਬਤ ਦੀ, ਮੁਹੱਬਤ ਛੇਤੀ ਨਹੀਂ ਆਈ ਕਿਉਂਕਿ ਮੇਰਾ ਖਿਆਲ ਹੈ ਕਿ ਮੇਰਾ ਪਿਤਾ ਮੇਰਾ ਦੋਸਤ ਹੋਣ ਕਰਕੇ ਮੈਂ ਆਲੇ ਦੁਆਲੇ ਮੈਨੂੰ ਭਟਕਣ ਦਾ ਮੌਕਾ ਨਹੀਂ ਮਿਲਿਆ। ਪ੍ਰੋਫੈਸਰ ਮੋਹਨ ਸਿੰਘ ਮੈਨੂੰ ਇੱਕ ਐਸੀ ਹਸਤੀ ਮਿਲੇ ਜਿਨ੍ਹਾਂ ਨੇ ਜਦੋਂ ਕਹਿੰਦੇ ਸੀਗੇ ਵੀ ਇਹ ਜਿਹੜੇ ਇਹ ਮੁੰਡੇ ਹੁੰਦੇ ਨੇ, ਇਹ ਬੰਦੇ ਨੇ, ਇਹਨਾਂ ਨਾਲ ਗੱਲਾਂ ਦੇ ਵਾਲੇ ਛੁਪੇ ਨਹੀਂ ਪਾਈਦੇ ਹੁੰਦੇ, ਇਹ ਭੌਰ ਹੈ ਗੱਲ ਸੁਣੀ ਦੀ ਹੈ ਕਰ ਲਈ। ਇੱਕ ਸਮਝਦੇ ਹੋ ਤੁਸੀਂ ਅੰਕੁਸ਼ ਵੀ, ਲੇਕਿਨ ਮੁਹੱਬਤ ਜਿਹੜੀ ਹੁੰਦੀ ਹੈ ਉਹ ਤਾਂ ਪਹਾੜ ਪਾੜ ਕੇ ਵੀ ਆਉਂਦੀ ਹੈ। ਤਾਂ ਮੇਰੀ ਜ਼ਿੰਦਗੀ 'ਚ ਮੁਹੱਬਤ ਆਈ, ਕਿਸੇ ਦਾ ਚੰਗਾ ਲੱਗਣਾ, ਉਹ ਇਨਫੈਚੁਏਸ਼ਨ ਸੀ ਜਿਹੜੀ ਮੈਂ ਸਭ ਤੋਂ ਪਹਿਲੀ ਜੇ ਮੈਂ ਕਹਾਂ ਉਹ ਮੁਹੱਬਤ ਨਹੀਂ ਸੀ। ਮੈਂ ਜਦੋਂ ਆਪਣੇ ਪਿਤਾ ਨੂੰ ਕਿਹਾ ਤੇ ਉਹਨਾਂ ਨੇ ਇਨਫੈਚੁਏਸ਼ਨ ਦੇ ਸਪੈਲਿੰਗ ਵੀ ਬੋਲੇ ਮੈਨੂੰ ਤੇ ਇਨਫੈਚੁਏਸ਼ਨ ਦੱਸਿਆ ਕਿ ਇੱਕ ਖਿੱਚ ਹੁੰਦੀ ਹੈ, ਲੇਕਿਨ ਜਦੋਂ ਮੈਨੂੰ ਮੁਹੱਬਤ ਹੋਈ ਤੇ ਉਹ ਸਾਰੀ ਦੁਨੀਆ ਨੂੰ ਪਤਾ ਹੈ। ਅੱਛਾ, ਇੱਕ ਇਹ ਤਾਂ ਹੋ ਗਈ ਚਲੋ ਮੁਹੱਬਤ ਦੀ ਗੱਲ, ਆਪਾਂ ਜ਼ਿਆਦਾ ਨਹੀਂ ਵੀ ਛੇੜਦੇ, ਸਾਰੇ ਦੋਸਤਾਂ ਨੂੰ ਹਲਕਿਆਂ 'ਚ ਪਤਾ ਹੀ ਆ, ਉਹ ਵੀ ਬੜੇ ਸਨਮਾਨਯੋਗ ਪੋਇਟ ਰਹੇ ਨੇ ਵੱਡੇ ਤੇਜਵੀਰ ਜੀ। ਅੱਜ ਵੀ ਉਹ ਮੇਰੇ ਅੰਦਰ ਜਿਸ ਨੇ ਮੇਰੇ ਲਈ ਮੈਂ ਇੱਕ ਇਹ ਵੀ ਗੱਲ ਕਰਾਂ, ਲੋਕੀ ਕਿਸੇ ਨੇ ਮੈਨੂੰ ਸਵਾਲ ਕੀਤਾ ਉਹਨੇ ਤੇਰੇ ਨਾਲ ਇੱਦਾਂ ਕੀਤਾ, ਉਹਨੇ ਤੇਰੇ ਨਾਲ ਇੱਦਾਂ ਕੀਤਾ ਵੀ ਤੂੰ ਫੇਰ ਵੀ ਉਹਨੂੰ ਯਾਦ ਕਰਦੀ ਆ। ਨਹੀਂ, ਉਸ ਮੇਰੀ ਜਿਹੜੀ ਜਿੰਨੀ ਚਿਰ ਮੇਰੀ ਦੋਸਤੀ ਰਹੀ 10 ਸਾਲ 12 ਸਾਲ ਦਾ ਸਮਾਂ ਬਹੁਤ ਲੰਬਾ ਸਮਾਂ ਹੁੰਦਾ ਹੈ। ਮੈਨੂੰ ਉਸ ਬੰਦੇ ਨੇ ਸਾਹਿਤ ਦੇ ਵੱਖਰੇ ਵੱਖਰੇ ਕਪਾਟ ਖੋਲ੍ਹੇ। ਵੈਸਟਰਨ ਲਿਟਰੇਚਰ ਕੀ ਹੈ, ਮੈਨੂੰ ਜਿੱਥੇ ਕਿਤੇ ਵੀ ਮੈਂ ਤਾਰਿਆਂ ਦੀ ਛੱਤ ਸਾਰਾ ਜ਼ਿਕਰ ਕੀਤਾ ਹੈ, ਜਿੱਥੇ ਕਿਤੇ ਵੀ ਫਿਲਮ ਫੈਸਟੀਵਲ ਲੱਗਦਾ ਹੈ, ਜਿੱਥੇ ਕਿਤੇ ਵੀ ਆਰਟ ਦੀ ਕੋਈ ਨੁਮਾਇਸ਼ ਲੱਗਦੀ ਹੈ, ਜਿੱਥੇ ਕਿਤੇ ਵੀ ਕੋਈ ਬੁੱਕ ਫੇਅਰ ਲੱਗਦਾ ਆ, ਕੋਈ ਵੱਡਾ ਲੇਖਕ ਆ ਰਿਹਾ ਹੈ, ਕੋਈ ਡਾਂਸ ਹੋ ਰਿਹਾ, ਡਾਂਸ ਵੱਡੀ ਸਿਤਾਰਾ ਦੇਵੀ ਦਾ ਡਾਂਸ ਹੈ ਜਾਂ ਬ੍ਰਿਜੂ ਮਹਾਰਾਜ ਦਾ, ਤਾਂ ਇਹ ਉਸ ਬੰਦੇ ਦੀ ਦੇਣ ਸੀ। ਕਿਤਾਬਾਂ ਦਾ, ਅੰਗਰੇਜ਼ੀ ਦਾ ਲਿਟਰੇਚਰ, ਚਾਹੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਪੜ੍ਹਾਇਆ ਕਿ ਫਲਾਣੀ ਮਾਂ ਪੜ੍ਹਨੀ ਹੈ, ਮਦਰ ਜਿਹੜੀ ਹੈ, ਜਾਂ ਦੂਸਰੀਆਂ ਕਿਤਾਬਾਂ ਨੇ, ਹਿੰਦੀ ਦਾ ਲਿਟਰੇਚਰ ਪੜ੍ਹਨਾ, ਲੇਕਿਨ ਤੇਜਵੀਰ ਨੇ ਮੈਨੂੰ ਕਾਫੀ ਕੀਤਾ। ਇਸ ਕਰਕੇ ਉਹ ਜਿਹੜਾ ਉਹ ਹਿੱਸਾ ਉਹਦਾ ਉਹ ਮੇਰੇ ਅੰਦਰ ਜਿਉਂਦਾ ਹੈ, ਅੱਜ ਵੀ ਜਿਉਂਦਾ। ਅੱਛਾ, ਨਹੀਂ ਹੁਣ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦਾ ਜ਼ਿਕਰ ਆਇਆ ਤੇ ਜਿਹੜੇ ਬਹੁਤ ਸਾਰੇ ਮਤਲਬ ਗੱਲਾਂ ਬਣਾਉਣ ਵਾਲੇ ਲੋਕ ਆ ਜਾਂ ਕਹਿ ਲਓ ਮੰਦ ਬੁੱਧੀ ਵਾਲੇ ਲੋਕ ਆ, ਉਹਨਾਂ ਨੇ ਤੁਹਾਡੇ ਪ੍ਰੋਫੈਸਰ ਮੋਹਨ ਸਿੰਘ ਤੇ ਤੁਹਾਡੇ ਨਾਲ ਨਾਂ ਜੋੜ ਕੇ ਇਸ਼ਕ ਦੇ ਚਰਚੇ ਵੀ ਕਰਦੇ ਰਹੇ ਕਿ ਇਹਨਾਂ ਦੀ ਆਪਸ ਵਿੱਚ ਮਤਲਬ ਗੱਠ ਜੋੜ ਕੋਈ ਹੈਗਾ। ਇਹ ਗੱਲਾਂ ਸੁਣਨ ਚ ਆਈਆਂ, ਮੈਂ ਕਿਹਾ ਵੀ ਸਾਡੇ ਪਾਠਕਾਂ ਤੱਕ ਮੇਰੇ ਤੱਕ ਵੀ ਪਹੁੰਚੀਆਂ ਗੱਲਾਂ। ਹੁਣ ਮੈਂ ਤੈਨੂੰ ਵਿਸ਼ਾਲ ਇੱਕ ਸਵਾਲ ਕਰਦੀ ਆ। ਮੇਰਾ ਪਿਤਾ ਦਾ ਅਧਿਆਪਕ ਮੇਰਾ ਕੀ ਲੱਗ ਸਕਦਾ? ਗੁਰੂ ਹੀ ਹੋ ਸਕਦੇ। ਮੇਰਾ ਦਾਦਾ ਲੱਗਦਾ ਸੀ। ਦਾਦਾ ਗੁਰੂ। ਜੇ ਮੈਂ ਆਪਣੇ ਪਿਓ ਨੂੰ ਮੁਹੱਬਤ ਕਰਦੀ ਆ, ਜੇ ਮੇਰਾ ਪਿਓ ਮੇਰਾ ਸਭ ਤੋਂ ਪਹਿਲਾ ਦੋਸਤ ਹੈ, ਤਾਂ ਮੈਂ ਆਪਣੇ ਗੁਰੂ ਨੂੰ ਮੈਂ ਮੁਹੱਬਤ ਅੱਜ ਵੀ ਕਰਦੀ ਆ। ਪ੍ਰੋਫੈਸਰ ਮੋਹਨ ਸਿੰਘ ਨੂੰ ਗਲੀਜ਼ ਬੰਦੇ ਸੋਚ ਹੀ ਨਹੀਂ ਸਕਦੇ, ਇਹਨਾਂ ਦੀ ਜ਼ਿਹਨ, ਇਹਨਾਂ ਦੀ ਅਕਲ ਉਦ ਤੱਕ ਜਾ ਹੀ ਨਹੀਂ ਸਕਦੀ ਕਿਉਂਕਿ ਇਹਨਾਂ 2 ਦੂਣੀ 4 ਕਰਦੇ ਨੇ। ਇਹਨਾਂ ਦੀ ਅੱਖ ਔਰਤ ਦੇ ਉੱਤੇ ਹੁੰਦੀ ਹੈ, ਔਰਤ ਦੇ ਨਾ ਲਿਖਣ ਤੇ ਹੁੰਦੀ ਹੈ, ਨਾ ਔਰਤ ਦੇ ਪੜ੍ਹਨ ਤੇ ਹੁੰਦੀ ਹੈ, ਸਿਰਫ ਤੇ ਸਿਰਫ ਔਰਤ ਦੇ ਜਿਸਮ ਤੇ ਹੁੰਦੀ ਹੈ। ਮੈਂ ਇਹਦੇ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੀ। ਚਲੋ ਠੀਕ ਹੈ। ਅੱਛਾ, ਇੱਕ ਗੱਲ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਇਨਾਮ ਮਿਲਦੇ ਨੇ, ਸਰਕਾਰੀ ਸੰਸਥਾਵਾਂ ਵੱਲੋਂ ਇਨਾਮ ਮਿਲਦੇ ਆ ਤੇ ਸੁਣਨ ਵਿੱਚ ਆਇਆ ਵਾ ਤੇ ਵੇਖਣ ਵਿੱਚ ਵੀ ਆਇਆ ਵਾ, ਤੇ ਜਿੰਨੀ ਕੁ ਮੇਰੇ ਸੁਣਨ ਵਿੱਚ ਆਈ ਆ, ਵੇਖਣ 'ਚ ਆਈ ਵੀ ਇਹ ਜਿਹੜਾ ਇਨਾਮ ਆ ਬਿਨਾਂ ਜੁਗਾੜ ਲਾਇਆ, ਬਿਨਾਂ ਗੁੱਟਬੰਦੀ ਕੀਤਿਆਂ, ਬਿਨਾਂ ਤੜਫਿਆਂ, ਬਿਨਾਂ ਮੰਗਿਆਂ ਇਹ ਨਾਮ ਜਿਹੜਾ ਨਹੀਂ ਮਿਲਦਾ। ਤੁਸੀਂ 2016 'ਚ ਤੁਹਾਨੂੰ ਇਹ ਸ਼੍ਰੋਮਣੀ ਕਵੀ ਦਾ ਅਵਾਰਡ ਮਿਲਿਆ ਤੇ ਤੁਸੀਂ ਮਤਲਬ ਜੇ ਦਬੰਗ ਜਿੱਦਾਂ ਤੁਸੀਂ ਕੀਤੇ ਆ, ਪੂਰੀ ਇਮਾਨਦਾਰੀ ਨਾਲ ਦੱਸਣਾ ਵੀ ਤੁਸੀਂ ਕਿਹੜਾ ਜੁਗਾੜ ਲਾਇਆ ਤੇ ਤੁਹਾਨੂੰ ਇਨਾਮ ਮਿਲਿਆ ਸੀ। ਪਹਿਲੀ ਗੱਲ ਤਾਂ ਇੰਨਾ ਹੀ ਦੱਸਦੇ ਆ ਕਿ ਜਦੋਂ ਇਹ ਇਨਾਮ ਮਿਲਿਆ ਮੈਨੂੰ ਸੁਸ਼ੀਲ ਦੁਸਾਂਝ ਦੇ ਟੈਲੀਫੋਨ ਤੇ
ਬੁੱਟਰ ਦਾ ਫੋਨ ਆ ਰਿਹਾ ਹੈ, ਦਰਸ਼ਨ ਬੁੱਟਰ ਦਾ। ਮਨਜੀਤ ਇੰਦਰਾ, ਮੈਂ ਕਿਹਾ ਹਾਂ ਸੁਸ਼ੀਲ। ਨਹੀਂ ਮੈਂ ਦਰਸ਼ਨ ਬੁੱਟਰ ਬੋਲ ਰਿਹਾ। ਮਨਜੀਤ ਇੰਦਰਾ, ਤੈਨੂੰ ਨਾ ਹੁਣੇ ਹੀ ਇਨਾਮ ਦੇ ਕੇ ਬਾਹਰ ਨਿਕਲੇ ਆ। ਮੈਂ ਕਿਹਾ ਵੀ ਕਾਹਦਾ ਇਨਾਮ ਦਿੱਤਾ ਹੈ? ਕਹਿੰਦੇ ਭਾਸ਼ਾ ਵਿਭਾਗ ਦਾ। ਤੋ ਮੈਂ ਉੱਥੇ ਗਈ ਤੇ ਕਵੀ ਦਰਬਾਰ ਤੋਂ ਬਾਅਦ ਮੈਂ ਕਿਹਾ ਡਾਕਟਰ ਸਾਹਿਬ ਮੇਰੀ ਕਿਤਾਬ ਆਈ ਹੈ ਤੇ ਮੈਂ ਕਿਤਾਬ ਦਿੱਤੀ। ਉਸ ਸ਼ਖਸ ਨੇ, ਉਸ ਡਾਕਟਰ ਨੇ, ਉਹ ਡਾਕਟਰ ਸਾਹਿਬ ਨੇ ਕਿਤਾਬ ਇੱਦਾਂ ਰੱਖੀ। ਮੈਨੂੰ ਕਹਿੰਦੇ ਸ਼ਾਇਰਾ ਤੂੰ ਦਿੱਲੀ ਆਉਣੀ ਹੈ ਤੇ ਆ ਕੇ ਕਵਿਤਾ ਪੜ੍ਹ ਕੇ ਮੁੜ ਜਾਨੀ ਆ, ਆਇਆ ਘਰ, ਮਿਲਿਆ ਕਰ, ਸਾਰੀਆਂ ਮਿਲਣ ਗਿਲਣ ਦੀਆਂ ਗੱਲਾਂ ਨੇ, ਮਿਲਿਆ ਕਰ ਤੂੰ, ਅਗਲੇ ਸਾਲ ਦਾ ਭਾਸ਼ਾ ਵਿਭਾਗ ਦਾ ਇਨਾਮ ਤੇਰਾ। ਸੋ ਭਾਈ ਇਹ ਜੁਗਾੜ ਸਮਝ ਲਓ, ਆਇਆ ਕਰ, ਮਿਲਿਆ ਕਰ। ਸੋ ਮੈਨੂੰ ਉਹ ਮਿਲਦੀ ਰਿਹਾ ਕਰ। ਧੀਰ ਦਾ ਕਿਹਾ, ਧੀਰ ਦੇ ਕਹਿਣ ਦੇ ਉੱਪਰ ਮੈਨੂੰ ਇਨਾਮ ਨਹੀਂ ਮਿਲਿਆ। ਫੇਰ ਉੱਥੇ ਹੁਣ ਹੋਰ ਸੁਣੋ, ਇੱਕ ਸ਼ਖਸ ਹੋਰ ਬੈਠਾ, ਕਹਿੰਦਾ ਐਤਕੀ ਫਲਾਨੀ ਨੂੰ ਇਨਾਮ ਦੇ ਦਿਓ। ਉਹ ਕਹਿੰਦਾ ਵੀ ਐਤਕੀ ਨਹੀਂ, ਐਤਕੀ ਮੇਰੇ ਵਾਲੀ ਨੂੰ ਦੇ ਲੈਣੇ ਆ, ਅਗਲੀ ਵਾਰ ਤੇਰੇ ਵਾਲੀ ਨੂੰ ਦੇ ਲਾਂਗੇ। ਸੋ ਮੈਨੂੰ ਇਹ ਸਮਝ ਨਹੀਂ ਆਈ ਕਿ ਮੇਰੇ ਵਾਲੀਆਂ ਤੇਰੇ ਵਾਲੀਆਂ, ਔਰ ਉਹ ਮੈਂ ਸਮਝਦੀ ਆ ਕਿ ਜਿਹੜੀਆਂ ਉਹ ਮੇਰੇ ਵਾਲੀਆਂ ਤੇਰੇ ਵਾਲੀਆਂ ਨੇ, ਸਾਨੂੰ ਸਭ ਨੂੰ ਪਤਾ ਹੈ। ਪਰ ਅਸੀਂ ਜਦੋਂ ਸਾਹਮਣੇ ਹੁੰਦੀਆਂ ਨੇ, ਤੁਸੀਂ ਲੋਕ ਪੈਰਾਂ ਹੇਠ ਉਹਨਾਂ ਦੇ ਤਲੀਆਂ ਰੱਖਦੇ ਹੋ, ਪਿੱਠ ਪਿੱਛੇ ਤੁਸੀਂ ਗਾਲਾਂ ਕੱਢਦੇ ਹੋ। ਇਹ ਦੋਹਰਾ ਕਿਉਂ ਅਪਣਾਉਂਦੇ ਹੋ? ਦੋਹਰਾ ਨਹੀਂ, ਇੱਥੇ ਹੀ ਫਿਰ ਗੱਲ ਚੱਲਦੀ ਅੱਜ ਕੱਲ। ਨਾਵਲ ਆਇਆ ਖਿੱਦੋ, ਠੀਕ ਹੈ ਨਾ। ਹੁਣ ਜਿਹੜੀ ਗੱਲ ਜਸਵੀਰ ਭੁੱਲਰ ਹੋਣਾ ਨੇ ਉਹਦੇ ਵਿੱਚ ਕੀਤੀ ਹੈ, ਉਹਨਾਂ ਨੇ ਉਹਨੂੰ, ਮੈਂ ਤੈਨੂੰ ਇੱਥੇ ਪਹਿਲਾਂ ਟੋਕਣ ਲੱਗੀ ਆ। ਜਸਵੀਰ ਮੇਰਾ ਬਹੁਤ ਵਧੀਆ ਦੋਸਤ ਹੈ, ਠੀਕ ਹੈ। ਮੈਂ ਅੱਜ ਵੀ ਹਿਲਾ ਕਰ ਰਹੀ ਹਾਂ ਜਸਵੀਰ ਤੇ। ਜਸਵੀਰ ਨੇ ਨਾਵਲ ਲਿਖਿਆ, ਨਾਵਲ ਹਰਚੰਦ ਸਿੰਘ ਕਿਉਂ ਲਿਖਿਆ, ਸਤਿੰਦਰ ਸਿੰਘ ਨੂਰ ਕਿਉਂ ਨਹੀਂ ਹੋ ਗਿਆ ਉਹ, ਜਾਂ ਉੱਥੇ ਕੋਈ ਹੋਰ ਲਿਖਿਆ ਉਹ ਬੰਦੇ ਉਹ ਕਿਉਂ ਨਹੀਂ ਹੋ ਗਏ? ਨਹੀਂ, ਮੇਰੇ ਕਹਿਣ ਦਾ ਮਤਲਬ ਇਹੀ ਸੀਗਾ ਕਿ ਜੇ ਫਿਰ ਮਤਲਬ ਉਹ ਗੱਲਾਂ ਜਿਹੜੀਆਂ ਤੁਸੀਂ ਕਹੀਆਂ, ਮਤਲਬ ਸਾਰਾ ਕੁਝ ਉਹੀ ਗੱਲਾਂ ਉਹਨਾਂ ਨੇ ਖਿੱਦੋ ਦੇ ਵਿੱਚ ਕੀਤੀਆਂ, ਤੇ ਜਾਂ ਕਿਹੜੇ ਢੰਗ ਨਾਲ ਕੀਤੀਆਂ, ਫਿਰ ਤੁਸੀਂ ਉਹਦੇ ਨਾਵਲ ਦੀ ਤਾਰੀਫ ਕਰਦੇ ਜੇ ਕਿ ਉਹਨੇ ਜੋ ਕੁਝ ਲਿਖਿਆ ਸਹੀ ਲਿਖਿਆ। ਦੇਖੋ ਗੱਲ ਇਹ ਹੈ ਵੀ ਇਹ ਗਲਾਜ਼ਤ ਸਾਹਿਤ ਨਹੀਂ ਹੁੰਦਾ। ਜਿਹੜਾ ਐਜ਼ ਇਟ ਇਜ਼ ਗੰਦ ਤੁਸੀਂ ਪੇਸ਼ ਕਰ ਦਿੰਦੇ ਹੋ। ਜਸਵੀਰ ਭੁੱਲਰ ਦੇ ਨਾਵਲ ਨੇ, ਜਸਵੀਰ ਭੁੱਲਰ ਦੀਆਂ ਕਹਾਣੀਆਂ ਨੇ, ਬੋਲਦੀਆਂ ਨੇ, ਔਰ ਮੇਰਾ ਖਿਆਲ ਹੈ ਕਿ ਵੀ ਉਹ ਜਿੰਨਾ ਚਿਰ ਤੱਕ ਪੰਜਾਬੀ ਸਾਹਿਤ ਹੈ ਉਹਨਾਂ ਚਿਰ ਤੱਕ ਜਿਉਂਦੀਆਂ ਰਹਿਣਗੀਆਂ। ਇਹ ਬਿਮਾਰ ਸਾਹਿਤ ਕਹਿੰਦੀ ਹਾਂ ਮੈਂ ਇਸ ਨੂੰ। ਮੈਂ ਇਹ ਕਿਤਾਬ ਮੈਂ ਆਪਣੇ ਜਸਵੀਰ ਨੂੰ ਮੈਂ ਕਿਹਾ, ਜਸਵੀਰ ਕਹਿੰਦਾ ਵੀ ਮੇਰੇ ਕੋਲ ਕਿਤਾਬ ਹੈ ਨਹੀਂ। ਮੈਂ ਲੋਕਗੀਤ ਪ੍ਰਕਾਸ਼ਨ ਨੂੰ ਫੋਨ ਕੀਤਾ, ਉਹਨਾਂ ਨੇ ਮੈਨੂੰ ਡਾਕ ਰਾਹੀਂ ਕਿਤਾਬ ਭੇਜੀ। ਮੈਂ ਉਹ ਕਿਤਾਬ ਪੜ੍ਹੀ, ਦਿਨੋਂ ਉਹਨੂੰ ਮੇਰਾ ਖਿਆਲ ਅਗਲੇ ਦਿਨ ਹੀ ਖਤਮ, ਸ਼ਾਮ ਤੱਕ ਮੈਂ ਕਿਤਾਬ ਪੜ੍ਹਦੀ। ਬਿਮਾਰ ਸਾਹਿਤ ਹੈ। ਮੈਂ ਗੁਰਬਚਨ ਭੁੱਲਰ ਨੂੰ ਕਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਭੁੱਲਰ ਜੀ ਕੀ ਲੋੜ ਸੀ ਤੁਹਾਨੂੰ ਇੱਕ ਮੂਹਰੇ ਪੇਜ ਲਾਉਣ ਦੀ? ਹੁਣ ਮੈਂ ਤੁਹਾਨੂੰ ਹੋਰ ਕਹਿੰਦੀ ਹਾਂ, ਮੈਂ ਤਾਰਿਆਂ ਦਾ ਛੱਜ ਲਿਖਿਆ, ਅਮਰਤਾ ਪ੍ਰੋਫੈਸਰ ਮੋਹਨ ਸਿੰਘ ਦੁਨੀਆ ਤੋਂ ਚਲੇ ਗਏ ਸੀ। ਜਿਵੇਂ ਤੂੰ ਕਿਹਾ ਕਿ ਲੋਕੀ ਮੈਨੂੰ ਕਹਿੰਦੇ ਸੀ ਕਿ ਪ੍ਰੋਫੈਸਰ ਮੋਹਨ ਸਿੰਘ ਮੈਨੂੰ ਇਸ਼ਕ ਕਰਦਾ ਸੀ ਜਾਂ ਪਤਾ ਨਹੀਂ ਕੀ ਸੀ ਮੇਰਾ। ਮੈਨੂੰ ਬੜਾ ਅਫਸੋਸ ਹੋਇਆ ਉਸ ਅਮਰਤਾ ਨੂੰ ਜਿਹਦੇ ਕਰਕੇ ਅੱਜ ਮੈਂ ਆਪਣੇ ਆਪ ਨੂੰ ਸ਼ਾਇਰ ਕਰਿਆ ਔਰ ਉਹਦੀ ਨਜ਼ਮ ਨੂੰ ਮੈਂ ਸਿਜਦਾ ਕਰਦੀ ਹਾਂ। ਪਰ ਉਹਦੀ ਸੋਚ ਇੰਨੀ ਛੋਟੀ ਹੋਵੇ। ਮੈਂ 78 ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਡੈਥ ਹੋ ਜਾਂਦੀ ਹੈ। ਮੈਂ 1980 ਵਿੱਚ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਜੀ ਤਾਰਿਆਂ ਦਾ ਸੱਜ ਪੜ੍ਹ ਲਿਆ ਜੀ, ਉਹਦੀ ਗੈਰ ਹਾਜ਼ਰੀ ਦੇ ਵਿੱਚ ਅਮਰਤਾ ਜੀ ਬੋਲ ਰਹੇ ਨੇ। ਮੈਂ ਬੜੇ ਉਸ ਨਾਲ ਵੀ ਕਿੱਡੀ ਵੱਡੀ ਹੈ ਗੱਲ ਵੀ ਜਿਵੇਂ ਉਹ ਯਾਦ ਕਰਦੀ ਉਵੇਂ ਉਹ ਯਾਦ ਕਰਦੀ ਹੋਏਗੀ। ਮੈਂ ਅਮਰਤਾ ਜੀ ਨੂੰ ਮਿਲਣ ਗਈ। ਉਹਨਾਂ ਨੇ ਜਿਹੜਾ ਮੇਰੇ ਪਹਿਲਾ ਹੀ ਸਵਾਲ ਸੀ ਕਿ ਸੁਣਾ ਫਿਰ ਮਨਜੀਤ ਇੰਦਰਾ ਮੋਹਨ ਸਿੰਘ ਦੀ ਮੌਤ ਕਿੰਝ ਮਹਿਸੂਸ ਕੀਤੀ। ਉਸ ਏਜ ਮੈਂ ਰੋ ਪਈ, ਅੱਜ ਵੀ ਮੈਂ ਰੋ ਸਕਦੀ ਹਾਂ। ਮੈਂ ਕਿਹਾ ਮੈਨੂੰ ਇੰਝ ਲੱਗਿਆ ਜਿਵੇਂ ਇੱਕ ਸਨੇਹੀ ਜਿਹਾ ਹੱਥ ਮੇਰੇ ਸਿਰ ਤੋਂ ਉੱਠ ਗਿਆ, ਪਰ ਉਹਨਾਂ ਵਾਂਗੂ ਪੁੱਤਰ ਮੈਨੂੰ ਕਿਸੇ ਵੀ ਨਹੀਂ ਕਹਿਣਾ। ਤੁਸੀਂ ਹੁਣ ਹੈਰਾਨ ਹੋਵੋਗੇ ਜਵਾਬ ਕੀ ਮਿਲਿਆ ਮੈਨੂੰ। ਇਮਰੋਜ਼ ਆਏ, ਚਾਹ ਦੀ ਟਰੇ ਚੱਕੀ ਹੋਈ, ਉਹ ਅਮਰਤਾ ਕਹਿ ਰਹੀ ਹੈ ਜੀਤੀ ਵੇਖੇ ਮੈਂ ਕੀ ਪਈ ਸੁਣਨੀ ਆ, ਵੇਖੇ ਕੀ ਪਈ ਆਂਦੀ ਹੈ ਵੇਖ। ਉਹ ਆਏ, ਕਹਿੰਦਾ ਸ਼ਾਇਰਾ ਜਿਹੜੇ ਵੀ ਲੇਖਕ ਸ਼ਾਇਰ ਪੰਜਾਬ ਤੋਂ ਆਇਆ ਕਰਦੇ ਸੀ ਅਕਸਰ ਦੱਸਿਆ ਕਰਦੇ ਸੀ ਮੋਹਨ ਸਿੰਘ ਇੱਕ ਛੋਟੀ ਜਿਹੀ ਖੂਬਸੂਰਤ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਹੈ, ਨਾਲੇ ਪੁੱਤਰ ਤੇਰਾ ਨਾਂ ਸੀ ਮੋਹਨ ਸਿੰਘ ਦਾ ਰੱਖਿਆ ਹੋਇਆ।
ਮੇਰੇ ਲਈ ਗਰਕ ਜਾਣ ਵਾਸਤੇ ਜ਼ਮੀਨ ਨਹੀਂ ਸੀ। ਮੈਂ ਅਮਰਤਾ ਨੂੰ ਸਿਰਫ ਇਹ ਕਿਹਾ ਸੀ, ਅਮਰਤਾ ਉਹ ਤੈਨੂੰ ਤੇ ਤੈਨੂੰ ਇਸ਼ਕ ਕਰਦਾ ਸੀ, ਉਸ ਦੁਨੀਆ ਦੀ ਕਿਸੇ ਔਰਤ ਨੂੰ ਇਸ਼ਕ ਨਹੀਂ ਕਰ ਸਕਦਾ ਬੰਦਾ। ਔਰ ਉਹਦਾ ਕੀ ਸੀ, ਆਈ ਹੇਟ ਹਿਮ। ਵਾਜ਼ ਹੀ ਅ ਪੋਇਟ? ਹੀ ਵਾਜ਼ ਨਾਟ ਅ ਕਰਾਫਟਸਮੈਨ ਈਵਨ। ਉਹ ਤਾਂ ਕਵੀ ਵੀ ਨਹੀਂ ਸੀ, ਉਹ ਕਰਾਫਟਸਮੈਨ ਵੀ ਨਹੀਂ ਸੀ, ਉਹਨੂੰ ਕਵਿਤਾ ਆਉਂਦੀ ਹੀ ਨਹੀਂ ਸੀ। ਕੀ ਸੀ ਉਹ? ਇਹ ਮੋਹਨ ਸਿੰਘ ਸੀ। ਸੋ ਇਹ ਜਿਹੜੀਆਂ ਗੱਲਾਂ ਨੇ ਕਰਨ ਵਾਲੀਆਂ ਕਾਕਾ, ਇਹਨਾਂ ਦਾ ਕੋਈ ਮਾਨਾ ਨਹੀਂ ਹੈ। ਜਿੰਨਾ ਚਿਰ ਮੈਂ ਇੱਕ ਫਿਰ ਹੋਰ ਜੋੜ ਰਹੀ ਹਾਂ, ਸਾਡੀਆਂ ਔਰਤਾਂ ਨੂੰ ਇਹ ਸਮਝਣਾ ਪਏਗਾ ਇਸ ਜੰਜਾਲ ਚੋਂ, ਜੇ ਉਹਨਾਂ ਦੇ ਹੱਥ 'ਚ ਕਲਮ ਹੈਗੀ ਫੜੀ ਹੈ, ਖੁਦਾ ਨੇ, ਰੱਬ ਨੇ, ਕੁਦਰਤ ਨੇ ਉਹਨਾਂ ਦੇ ਹੱਥ 'ਚ ਕਲਮ ਫੜਾਈ ਹੈ, ਵਰਦਾਨ ਹੈ ਇਹ ਇੱਕ। ਸ਼ਾਇਰ ਹੋਣਾ, ਰੱਬ ਹੋਣਾ। ਬਿਲਕੁਲ। ਸ਼ਾਇਰ ਆਪਣੀ ਦੁਨੀਆ ਬਣਾਉਂਦਾ, ਸ਼ਾਇਰ ਆਪਣੀ ਨਵੀਂ ਦੁਨੀਆ ਸਿਰਜਦਾ। ਸ਼ਾਇਰ ਜਿਹੜੀ ਜੋ ਕੁਛ ਇਸ ਦੁਨੀਆ 'ਚ ਨਹੀਂ ਹੈ, ਸ਼ਾਇਰ ਆਪਣੀ ਦੁਨੀਆ ਦੇ ਵਿੱਚ ਸਿਰਜਦਾ। ਉਹ ਇਸ ਦੁਨੀਆ 'ਚੋਂ ਚੀਜ਼ ਲੈ ਕੇ ਆਉਣਾ ਚਾਹੁੰਦਾ ਆ। ਕੁੜੀਓ, ਜੇ ਉਹ ਕੁੜੀਆਂ ਲਿਖਦੀਆਂ ਨੇ ਤਾਂ ਉਹ ਆਪਣੇ ਆਪ ਨੂੰ ਇੰਨਾ ਨੀਵਾਂ ਨਾ ਕਰ ਲੈਣ। ਵੱਡੇ ਨਾਵਾਂ ਨੂੰ ਇਨਾਮ ਕੀ ਚੀਜ਼ ਹੁੰਦੀ ਹੈ? ਇਨਾਮ ਲੈਣ ਵਾਸਤੇ, ਸ਼ੋਹਰਤ ਲੈਣ ਵਾਸਤੇ। ਇਸ ਤਰ੍ਹਾਂ ਨਾਲ ਹਰ ਔਰਤ ਦੇ ਲਈ ਮਰਦ ਦੇ ਇੱਕ ਐਨਕ ਲੱਗ ਜਾਂਦੀ ਹੈ। ਦੂਸਰੀ ਗੱਲ, ਹਰ ਬੰਦਾ, ਚਾਹੇ ਉਹ ਸ਼ਾਇਰ ਹੈ, ਚਾਹੇ ਉਹ ਕਲਾਕਾਰ ਹੈ, ਚਾਹੇ ਉਹ ਆਲੋਚਕ ਹੈ, ਚਾਹੇ ਉਹ ਅਮੀਰ ਆਦਮੀ ਹੈ, ਚਾਹੇ ਉਹ ਬਿਲਕੁਲ ਸਧਾਰਨ ਮਨੁੱਖ ਹੈ, ਇਹ ਕੋਈ ਜਿਹੜੇ ਐਕਸਟਰਾ ਮੈਰਿਟਲ ਰਿਲੇਸ਼ਨ, ਮੇਰੀ ਤਾਂ ਕਿਤਾਬਾਂ ਨੇ 2, ਤੂੰ ਆਵਾਜ਼ ਮਾਰੀ ਹੈ ਤੇ ਅਲਖ ਤੂੰ ਆਵਾਜ਼ ਮਾਰੀ ਹੈ, ਨਾਵਲ ਹੈ ਆਪਣਾ ਕਵਿਤਾ ਦੇ ਵਿੱਚ, ਅਲਖ ਮੇਰੀ ਪੋਇਟਰੀ ਹੈਗੀ ਹੈ, ਮਰਦ ਵੱਲੋਂ ਪੋਇਟਰੀ। ਇਹ ਜਿਹੜੇ ਨੇ ਕਿ ਵੀ ਇਹ ਬੜੇ ਰਵਾਇਤ ਤੋਂ ਤੁਰੀ ਆਉਂਦੀ ਹੈ ਕਿ ਸੀਰੀਆਂ ਪਾਲੀਆਂ ਦੀਆਂ ਔਰਤਾਂ ਨਾਲ। ਇਹ ਬੰਦੇ ਦੀ ਭੁੱਖ ਜਿਹੜੀ ਹੈਗੀ ਹੈ, ਜੇ ਸਾਡੇ ਹੱਥ 'ਚ ਕਲਮ ਹੁੰਦੇ ਆ ਵੀ ਸਾਡੀ ਭੁੱਖ ਜਿਹੜੀ ਹੈ, ਅਸੀਂ ਆਪਣੀ ਔਰਤ ਨਾਲ ਸੈਟਿਸਫਾਈਡ ਨਹੀਂ ਆ, ਤਾਂ ਮੇਰਾ ਖਿਆਲ ਹੈ ਇਸ ਕਲਮ ਨੂੰ ਅੱਗ ਲਾ ਦੇਣੀ ਚਾਹੀਦੀ ਹੈ। ਅੱਛਾ ਮਨਜੀਤ ਜੀ, ਇੱਕ ਤੁਹਾਡੀ ਕਵਿਤਾ ਵਾ, ਉਹ ਬੜੀ ਮੈਨੂੰ ਪਤਾ ਉਸ ਗੱਲ ਦਾ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਹੋਈ ਹੈ, ਔਰ ਮੁਸ਼ਾਇਰਿਆਂ ਦੀ ਵੀ ਉਹ ਸ਼ਾਨ ਹੈ ਕਵਿਤਾ। ਅਤੇ ਉਹ ਮੈਂ ਚਾਹੂੰਗਾ ਕਿ ਜਿਹੜੇ ਸਾਡੇ ਅੰਬਰਾਂ ਦੇ ਸਰਨਾਵੇ ਨਾਲ ਜੁੜੇ ਲੋਕ ਨੇ, ਤੁਹਾਡੀ ਆਵਾਜ਼ ਵੀ ਬੜੀ ਖੂਬਸੂਰਤ ਹੈ, ਅਤੇ ਉਹਦੇ 2 ਸ਼ੇਰ ਮਤਲਬ ਗਾ ਕੇ ਤਰਨਮ ਵਿੱਚ ਤੁਸੀਂ ਸਾਨੂੰ ਸੁਣਾਓ। ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਮੇਰੇ ਸਿਰ ਤੇ ਛੱਤਾਂ, ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਰੁੱਖਾਂ ਨੂੰ ਲੈ ਕੇ ਕਲਾ ਵਿੱਚ ਆਪਣੇ, ਰੁੱਖਾਂ ਦੀ ਛਾਵੇਂ ਭਲੀ ਨੀਂਦੇ ਸੁੱਤੇ, ਨਾ ਰੁੱਖ ਹੈ ਨਾ ਛਾਂ ਹੈ ਨਾ ਦਿਲਬਰ ਕੜਾਵੇ, ਭੱਜੀਆਂ ਨੇ ਬਾਹੀਂ ਜਾਂ ਸੁਪਨੇ ਚੋਂ ਉੱਠੇ, ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਨਾ ਬਾਬਲ ਦਾ ਵੇੜਾ ਨਾ ਅੰਮੀ ਦੀ ਲੋਰੀ, ਸਖੀਆਂ ਦੇ ਸੰਗ ਚ ਰੋਕੇ ਨੇ ਛੁੱਟੇ, ਨਾ ਪੈਰਾਂ ਦੀ ਆਹਟ ਨਾ ਘੁੰਗਰੂ ਦੀ ਛਣ ਛਣ, ਘੁੰਗਰੂ ਪੰਜੇ ਪੋਂ ਕੜਕ ਕਰਕੇ ਟੁੱਟੇ, ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਹੋਈ ਪ੍ਰੀਤ ਬੇਵਾ
ਨੜੋਆ ਨਾ ਕੋਈ, ਭਲੇ ਵਾਰ ਬੂਹੇ ਸ਼ਰੀਹਾਂ ਦੇ ਪੱਤੇ। ਨੈਣਾ ਦੇ ਦੀਵੇ ਜਗਾ ਕੌਣ ਵੇਖੇ, ਨੈਣਾ ਦੇ ਦੀਵੇ ਜਗਾ ਕੌਣ ਵੇਖੇ। ਗਏ ਹਾਂ ਉਦਾਸੇ ਜਾਂ ਬਿਰਹੋਂ ਚ ਕੁੱਠੇ, ਬੂਹਾ ਨਾ ਬਾਰੀ ਨਾ ਕੋਈ ਬਨੇਰਾ। ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਮੇਰੇ ਸਿਰ ਤੇ ਛੱਤਾਂ, ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ। ਬਹੁਤ ਖੂਬ, ਬਹੁਤ ਮਨਜੀਤ ਜੀ, ਬਹੁਤ ਮਜ਼ਾ ਆਇਆ ਹੈ ਤੁਹਾਨੂੰ ਤਰਨਮ ਵਿੱਚ ਸੁਣ ਕੇ। ਮੇਰਾ ਇੱਕ ਹੋਰ ਸਵਾਲ ਹੈ ਕਿ ਤੁਸੀਂ ਜੌਬ ਕੀਤੀ, ਪ੍ਰੋਫੈਸਰ ਦੀ ਦਫ਼ਤਰ ਦੇ ਵਿੱਚ ਰਹੇ, ਤੇ ਉੱਥੇ ਦਫ਼ਤਰ ਦੇ ਵਿੱਚ ਔਰਤ ਮਰਦ ਦੇ ਰਿਸ਼ਤਾ ਕਿਸ ਤਰ੍ਹਾਂ ਦਾ ਹੁੰਦਾ, ਜਾਂ ਕਿ ਉੱਥੇ ਵੀ ਇਦਾਂ ਦਾ ਹੀ ਸਾਰੇ ਹਿਸਾਬ ਕਿਤਾਬ ਚੱਲਦਾ, ਜਾਂ ਤੁਸੀਂ ਵੀ ਕਿਤੇ ਉੱਥੇ ਭੁਲੇਖੇ 'ਚ ਫਸ ਗਏ ਹੋ ਕਿਸੇ 'ਚ, ਉਹਦੇ ਬਾਰੇ ਵੀ ਦੇਖੋ, ਜਦੋਂ ਮੈਂ ਦਫ਼ਤਰ 'ਚ ਗਈ ਹਾਂ, ਮੈਂ ਆਫੀਸਰ ਸੀ, ਇਸ ਕਰਕੇ ਉੱਥੇ ਫਸ ਨਹੀਂ ਸਕਦੀ ਸੀ। ਲੇਕਿਨ ਕਹਿੰਦੇ ਹੁੰਦੇ ਨੇ ਕਿ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਨੇ। ਇਹ ਜਿਹੜਾ ਸਾਡਾ ਸੋ ਕਾਲਡ ਕਲਰਕ ਤਬਕਾ, ਮੇਰਾ ਹੀ ਦਫ਼ਤਰ ਹੋਵੇ ਜਾਂ ਕੋਈ ਵੀ ਦਫ਼ਤਰ ਹੋਵੇ, ਇਹ ਕੰਮ ਕਰਵਾਉਣਾ ਕਿਸੇ ਦਾ, ਕੋਈ ਕੁੜੀ ਦਾ ਕੰਮ ਕਰਵਾਉਣਾ, ਬਦਲੀ ਕਰਾਉਣੀ ਹੋਵੇ, ਬਦਲੀਆਂ ਦੇ ਸਿਲਸਿਲੇ 'ਚ ਕੁੜੀਆਂ ਐਕਸਪਲੋਇਟ ਹੁੰਦੀਆਂ। ਉੱਥੇ ਨਾ ਸ਼ਕਲ ਵੇਖੀ ਜਾਂਦੀ ਹੈ, ਨਾ ਉਹਦੀ ਉਮਰ ਵੇਖੀ ਜਾਂਦੀ ਹੈ। ਮੈਂ ਅਰਦਾਸ ਹੀ ਕਰ ਸਕਦੀ ਹਾਂ, ਮੇਰੇ ਕੋਲ ਕੋਈ ਐਸੀ ਗੋਲੀ ਨਹੀਂ, ਕੋਈ ਐਸੀ ਤਲਵਾਰ ਨਹੀਂ, ਕੋਈ ਐਸਾ ਹਥਿਆਰ ਨਹੀਂ, ਕੋਈ ਐਸਾ ਜ਼ਹਿਰ ਨਹੀਂ ਜਿਹੜੀ ਮੈਂ ਉਹਨਾਂ ਨੂੰ ਖਤਮ ਕਰ ਦਿਆਂ, ਇਸ ਵਰਤਾਰੇ ਨੂੰ ਰੋਕਿਆ ਜਾ ਸਕੇ ਕਿਸੇ। ਇਹ ਮੈਂ ਮੇਰੀ ਸਨਿਮਰ ਬੇਨਤੀ ਹੱਥ ਜੋੜ ਕੇ, ਮੇਰੇ ਭਰਾ, ਮੇਰੇ ਵੀਰ, ਮੇਰੇ ਪੁੱਤਰ, ਮੇਰੇ ਪਿਤਾ, ਕਿਸੇ ਕੁਛ ਉਹਨਾਂ ਕੁੜੀਆਂ ਤੇ ਇਨਕਾਰ ਹੋ ਜਾਣੋ ਕੁੜੀਆਂ, ਪਰ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਵੱਸੋਂ ਕੁੜੀਆਂ ਨੌਕਰੀ ਕਰਦੀਆਂ ਨੇ। ਘਰੋਂ ਬਾਹਰ ਨਿਕਲਣਾ ਔਰਤ ਦਾ ਸੌਖਾ ਨਹੀਂ ਹੈ। ਜੇ ਤੁਸੀਂ ਕਹੋ ਤੁਹਾਡੇ ਘਰ 'ਚ ਤੁਹਾਡੀਆਂ ਮਾਵਾਂ ਭੈਣਾਂ ਨੇ, ਪਿੱਛੇ ਜੇ ਸੁਖਿੰਦਰ ਨੇ ਲਫ਼ਜ਼ ਵਰਤੇ ਕੁਛ ਐਸੇ, ਤੇ ਮੈਂ ਉਹਨੂੰ ਲਿਖਿਆ ਵੀ ਕਿ ਤੇਰੇ ਘਰ ਦੇ ਵਿੱਚ ਮਾਂ ਭੈਣ ਹੈ ਨਹੀਂ ਗੀ, ਤੁਸੀਂ ਕਿਉਂ ਇੱਦਾਂ ਦੇ ਘਟੀਆ ਲਫ਼ਜ਼ ਵਰਤਦੇ ਹੋ, ਤੁਸੀਂ ਕਿਉਂ ਲੱਜਤ ਲੈਂਦੇ ਹੋ ਲਿਖਣ ਦੇ ਵਿੱਚ। ਮੈਂ ਜਿਵੇਂ ਕਿਹਾ ਵੀ ਖਿੱਤੋਂ 'ਚ ਲੱਜਤ ਲਈ ਹੋਈ ਹੈ ਜ਼ਿਆਦਾ, ਬਿਮਾਰ ਸਾਥ। ਲੇਕਿਨ ਸਹੀ ਮਾਨਿਆਂ ਵਿੱਚ ਨਾ ਲੇਖਕਾਂ ਨੂੰ ਦੀ ਗੱਲ ਨਹੀਂ, ਮਰਦ ਤਬਕੇ ਦੀ ਗੱਲ ਕਰਦੀ ਹਾਂ ਮੈਂ। ਇਹਨਾਂ ਨੂੰ ਥੋੜ੍ਹਾ ਜਿਹਾ ਇਸ ਨਜ਼ਰ ਨਾਲ ਕਿ ਵੀ ਮੇਰੀ ਧੀ ਨਾਲ ਵੀ ਕੱਲ੍ਹ ਇਹ ਹੋ ਸਕਦਾ, ਮੇਰੀ ਭੈਣ ਨਾਲ ਵੀ ਹੋ ਸਕਦਾ, ਮੇਰੀ ਵਾਈਫ ਨਾਲ ਵੀ ਕੱਲ੍ਹ ਨੂੰ ਇਹ ਹੋ ਸਕਦਾ। ਜਿੰਨਾ ਚਿਰ ਇਹ ਨਹੀਂ ਸੋਚਣਗੇ, ਇਹ ਵੱਡੀ ਗੱਲ ਕਹਿ ਰਹੀ ਹਾਂ, ਇਹਨਾਂ ਨੂੰ ਜਿੰਨਾ ਚਿਰ ਇਹ ਸਮੱਤ ਨਹੀਂ ਆਊਗੀ, ਆਪਣੇ ਕਦਮ ਇਹ ਪਿੱਛੇ ਨਹੀਂ ਰੱਖਣਗੇ, ਆਪਣੇ ਆਪ ਨੂੰ ਇਸ ਭੁੱਖ ਤੋਂ, ਇਹ ਰੋਟੀ ਵਰਗੀ ਭੁੱਖ ਨਹੀਂ ਹੈ, ਇਹ ਹਵਸ ਦੀ ਭੁੱਖ ਹੈ। ਜਿੰਨਾ ਚਿਰ ਇਹ ਨਹੀਂ ਮਰਦੀ, ਇਹ ਅੰਦਰਲੀ ਮਾਰਦੇ ਨਹੀਂ, ਤੇ ਔਰਤਾਂ ਆਪਣੇ ਪੈਰਾਂ ਨੂੰ ਵਰਜਦੀਆਂ ਨਹੀਂ, ਉਹਨਾਂ ਚਿਰ ਤੱਕ ਇਹ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਪਰ ਮੈਂ ਸਮਝਦੀ ਹਾਂ ਇੱਥੇ ਸਭ ਤੋਂ ਵੱਡਾ ਔਰ ਗਲਾਜ਼ਤ ਭਰਿਆ ਗੰਦਾ ਮਰਦ ਵੱਲੋਂ ਹਿੱਸਾ ਹੈ। ਕੋਈ ਮੈਂ ਮਰਦ ਨੂੰ ਗਾਲ ਨਹੀਂ ਕੱਢ ਰਹੀ, ਮਰਦ ਮੇਰਾ ਪਿਓ ਵੀ, ਮੇਰਾ ਭਰਾ ਵੀ, ਮੇਰੇ ਤੋਂ 16 ਸਾਲ ਛੋਟਾ ਭਰਾ ਤੇ ਬਿੱਟੂ ਮੇਰਾ ਅੱਜ ਵੀ ਦੋਸਤ ਹੈ, ਮੇਰਾ ਭਰਾ ਪਿੱਛੋਂ ਹੈ, ਪੁੱਤਰ ਪਿੱਛੋਂ, ਪੁੱਤਰਾਂ ਵਾਂਗੂ ਪਾਲਿਆ ਮੈਂ ਉਹ। ਮੈਂ ਕਹਿੰਦੀ ਹਾਂ ਵੀ ਜੇ ਉਹ ਉੱਦਾਂ ਦੇ ਨੇ ਤੇ ਤੁਸੀਂ ਕਿਉਂ ਨਹੀਂ ਹੋ ਸਕਦੇ। ਸੋ ਮੈਂ ਨਾ ਇੱਥੇ ਰੋਣਾ ਚਾਹੁੰਦੀ ਹਾਂ, ਨਾ ਮੈਂ ਇੱਥੇ ਕੋਈ ਵਰਲਾਪ ਕਰਨਾ ਚਾਹੁੰਦੀ ਹਾਂ। ਤੋ ਇਹ ਜਿੰਨਾ ਚਿਰ ਤੱਕ ਇਹ ਬਿਮਾਰ ਮਾਨਸਿਕਤਾ ਜਿੰਨਾ ਚਿਰ ਤੱਕ ਨਹੀਂ ਮਰਦੀ ਦੋਨਾਂ ਪਾਸਿਆਂ ਤੋਂ, ਉਹਨਾਂ ਚਿਰ ਤੱਕ ਅਸੀਂ ਕਿਸੇ ਸੁਸਾਇਟੀ, ਹੁਣ ਮੈਂ ਵਿਦੇਸ਼ਾਂ 'ਚ ਵੀ ਘੁੰਮੀ ਹਾਂ, ਤੁਸੀਂ ਵਿਦੇਸ਼ 'ਚ ਜਾਂਦੇ ਹੋ, ਉੱਥੇ ਤੁਸੀਂ ਬੜੇ ਆਨੰਦ ਨਾਲ ਤੁਰਦੇ ਹੋ, ਤੁਹਾਨੂੰ ਕੋਈ ਸੜਕ ਦੇ ਉੱਤੇ ਤੁਰਿਆ ਜਾਂਦਾ, ਹਨੇਰੇ 'ਚ ਜਾਓ ਕੋਈ ਕੁਛ ਨਹੀਂ ਕਹਿੰਦਾ। ਹਾਂ, ਬਲਕਿ ਜਿਹੜੇ ਸਾਡੇ ਇੱਧਰ ਨੂੰ ਗਏ ਨੇ ਉਹਨਾਂ ਤੋਂ ਡਰ ਲੱਗਦਾ। ਮੈਂ ਬਿਲਕੁਲ ਸਾਫ਼ ਦੱਸਦੀ ਹਾਂ, ਜਿਹੜੇ ਏਸ਼ੀਆ ਤੋਂ ਲੋਕ ਗਏ ਨੇ,
ਪਾਕਿਸਤਾਨ ਤੋਂ ਹੋਣ ਚਾਹੇ ਹਿੰਦੁਸਤਾਨ ਤੋਂ ਹੋਣ, ਇੱਕੋ ਹੀ ਗੱਲ ਹੈ। ਉੱਥੇ ਪੁੱਛੇਗਾ ਅਗਲਾ ਵੀ ਤੂੰ ਮੇਰੇ ਨਾਲ ਡੇਟ ਤੇ ਚੱਲੇਂਗੀ ਅੱਜ? ਕੁੜੀ ਕਹੂਗੀ ਵੀ ਨਹੀਂ ਸੌਰੀ ਓਕੇ। ਸਾਡੇ ਕੀ ਹੋਊਗਾ, ਤੂੰ ਮੇਰੇ ਨਾਲ ਉਹ ਨਹੀਂ ਜਾਊਗੀ, ਅਸੀਂ ਉਹਦੇ ਤੇ ਉਹਨੂੰ ਮਿੱਟੀ ਦਾ ਤੇਲ ਵੀ ਪਾਵਾਂਗੇ, ਅਸੀਂ ਉਹਦੇ ਤੇਜ਼ਾਬ ਵੀ ਪਾਵਾਂਗੇ, ਅਸੀਂ ਉਹਨੂੰ ਹੋਰ ਤਰ੍ਹਾਂ ਨਾਲ। ਕਿਉਂ? ਸਾਡੇ ਮਰਦ ਨੂੰ ਜਿਹੜੀ ਹਉਮੈ ਆ, ਮਰਦ ਦਾ ਅਹਮ ਆ, ਉਹਨੂੰ ਕਿਉਂ ਧੱਕਾ ਲੱਗਦਾ? ਸੋ ਇਹ ਹੈ ਕਿ ਗੱਲਾਂ ਬੜੀਆਂ ਨੇ, ਬੜਾ ਵਿਸਥਾਰ ਦਿੱਤਾ ਜਾ ਸਕਦਾ ਹੈ, ਪਰ ਮੈਂ ਸਮਝਦੀ ਹਾਂ ਗੱਲ ਸਿਰਫ ਇੰਨੀ ਕੀ ਹੈ ਕਿ ਆਪਣੀ ਮਲੀਨ ਮਾਨਸਿਕਤਾ ਨੂੰ ਸਮਝਾਉਣ ਦੀ ਗੱਲ ਹੈ। ਉਹਨੂੰ ਸਮਝਾਓ, ਜੇ ਆਪਣੇ ਦੇਸ਼ ਨੇ, ਆਪਣੇ ਮੁਲਕ ਨੇ ਤਰੱਕੀ ਕਰਨੀ ਹੈ, ਜੇ ਅਸੀਂ ਕਿਹੜੀ ਔਰਤ ਮੋਢੇ ਨਾਲ ਮੋਢਾ ਲਾ ਕੇ ਤੁਰਦੀ ਸਿਰਫ ਰੋਟੀਆਂ ਕਮਾਉਣ ਵਾਸਤੇ, ਘਰ 'ਚ ਪੈਸੇ ਆਉਣ, ਤੁਸੀਂ ਇਹਨੂੰ ਕਹਿੰਦੇ ਹੋ? ਮੇਰੇ ਵਰਗੀਆਂ ਔਰਤਾਂ ਕਿੰਨੀਆਂ ਕੁ ਹੋਣਗੀਆਂ? ਮੈਂ ਵੀ ਅੱਜ ਜੇ ਮੈਂ ਕਿਤੇ ਚੰਡੀਗੜ੍ਹ 'ਚ ਰਹਿੰਦੀ ਹਾਂ, ਮੈਨੂੰ ਵੀ ਅੱਜ ਜੇ ਕਿਤੇ ਉਹ ਕੱਲੀ ਕਾਰੀ ਸੜਕ 'ਤੇ ਰਾਤ ਨੂੰ ਤੁਰਨਾ ਪੈਂਦਾ ਹੈ ਨਾ, ਕਾਰ 'ਚ ਵੀ ਆਉਣਾ ਪੈਂਦਾ, ਤੇ ਮੈਨੂੰ ਡਰ ਲੱਗਦਾ ਐਂ ਕਰਦੇ ਉਹਨੇ ਜਿੰਨਾ ਚਿਰ ਘਰ ਨਹੀਂ ਆਉਂਦੇ, ਪਤਾ ਨਹੀਂ ਕਿਹਨੇ ਗੱਡੀ ਰੋਕ ਕੇ ਕੋਈ ਕੁਛ ਕਹੀ ਨਾ ਦੇਵੇ। ਸੋ ਇਹ ਜਿਹੜੀ ਡਰ ਹੈ, ਇਹ ਭੈ ਹੈ, ਇਹ ਆਤੰਕ ਹੈ, ਇਹਨੂੰ ਦੂਰ ਕਰਨ ਦੀ ਲੋੜ ਹੈ। ਇਹ ਅਸੀਂ ਮਰਦ, ਔਰਤਾਂ, ਇੱਥੇ ਔਰਤਾਂ ਨਹੀਂ ਮਰਦ ਹੀ ਕਰ ਸਕਦੇ ਨੇ। ਔਰਤ ਨੂੰ ਇੱਕ ਇੰਨਾ ਕੁ ਪਗਡੰਡੀ ਦੇ ਦਿਓ ਇੱਕ ਵੀ ਭਾਈ ਤੇ ਆਜ਼ਾਦੀ ਨਾਲ ਤੁਰ ਤੂੰ, ਤੇ ਔਰਤਾਂ ਉਹ ਨਜਾਇਜ਼ ਫਾਇਦਾ ਨਾ ਲੈਣ। ਤੁਸੀਂ ਤੇ ਅੱਜ ਮਰਦਾਂ ਨੂੰ ਇੰਨਾ ਜ਼ਿਆਦਾ ਤੇ ਇੰਨੀ ਬੁਰੀ ਤਰ੍ਹਾਂ ਭੰਡ ਦਿੱਤਾ ਨਾ, ਮੈਨੂੰ ਤੇ ਆਪਣੇ ਆਪ 'ਚ ਹੋਣ ਲੱਗ ਪਿਆ ਵੀ ਮੈਂ ਮਤਲਬ ਕਿੱਥੇ। ਨਹੀਂ, ਮੈਂ ਮਰਦ ਨੂੰ ਨਹੀਂ ਭੰਡ ਰਹੀ। ਦੇਖੋ, ਮੈਂ ਫੇਰ ਕਹਿੰਦੀ ਆ ਕਿ ਮਰਦ ਔਰਤ ਦੋ ਪਹੀਏ ਨੇ ਇਸ ਜੀਵਨ ਦੇ, ਇਹਨਾਂ ਨੂੰ ਸਾਵੇਂ ਤੁਰਨ ਦੀ ਲੋੜ ਹੈ। ਔਰਤ ਮਰਦ ਬਿਨਾਂ ਅਧੂਰੀ ਹੈ, ਮਰਦ ਔਰਤ ਬਿਨਾਂ ਅਧੂਰਾ ਹੈ। ਪਰ ਇਹ ਜਿਹੜੇ ਰਿਸ਼ਤੇ ਨੇ, ਜਿੱਥੇ ਜਿੱਥੇ ਰਿਸ਼ਤਾ, ਜਿਹੜਾ ਰਿਸ਼ਤਾ ਬਣਦਾ, ਜੇ ਆਪਾਂ ਉਹਨਾਂ ਨੂੰ ਪਗਾਈਏ ਤਾਂ ਮੇਰਾ ਖਿਆਲ ਹੈ ਕਿ ਵੀ ਇਹ ਰਿਸ਼ਤੇ ਬੜੇ ਪਿਆਰੇ ਨੇ। ਜਦੋਂ ਅਸੀਂ ਵਲਗਣਾ ਟੱਪਦੇ ਆ ਨਾ, ਠੀਕ ਹੈ ਨਾ, ਉਹ ਕੰਧਾਂ ਟੱਪ ਕੇ ਰਿਸ਼ਤੇ ਬਣਾਉਂਦੇ ਆ, ਤੇ ਉੱਥੇ ਆਬਜੈਕਸ਼ਨ ਮੈਨੂੰ ਉੱਥੇ ਹੈ। ਮੁਆਫ ਕਰੀ ਜੇ ਤੈਨੂੰ ਮਾਈਂਡ ਕੀਤਾ, ਤੂੰ ਇਹਨੂੰ ਮਾਈਂਡ ਕਰਨ ਵਾਲੀ ਗੱਲ ਨਹੀਂ ਹੈ। ਮਾਈਂਡ ਨਹੀਂ ਮੈਂ ਕੀਤਾ, ਮਤਲਬ ਜਾਨੀ ਮੈਂ ਸੋਚਣ ਲੱਗ ਪਿਆ, ਮੈਨੂੰ ਲੱਗਣ, ਮੈਂ ਨਾ ਇੱਕ ਗੱਲ, ਇਹ ਪਿੱਛੇ ਜੇ ਅੱਖਰ 'ਚ ਇੱਕ ਕਹਾਣੀ ਛਪੀ, ਤੇ ਉਹਦੇ 'ਚ ਖੁਦਾ ਦੇ ਬੰਦੇ ਜੈਨਿੰਦਰ ਚੌਹਾਨ ਨੇ, ਉਰਦੂ ਰਾਈਟਰ ਸੀ ਇੱਕ, ਤੇ ਉਹਦੇ ਵਿੱਚ ਉਹ ਚਕਲੇ ਦੇ ਬਾਜ਼ਾਰ ਦਾ ਜ਼ਿਕਰ ਕੀਤਾ, ਤੇ ਉਹਦੇ 'ਚ ਇੱਕ ਮਤਲਬ ਜਿਹੜਾ ਪਾਤਰ ਹੈ ਨਾ, ਦੱਲਾ ਸੀਗਾ, ਤੇ ਉਹਦਾ ਇੰਨਾ ਜ਼ਬਰਦਸਤ ਕਰੈਕਟਰ ਸੀ ਨਾ, ਇੰਨਾ ਕਮਾਲ ਦਾ ਕਰੈਕਟਰ ਪੇਸ਼ ਹੋਇਆ ਉਹਦੇ 'ਚ। ਤੇ ਮੈਂ ਜੈਨਿੰਦਰ ਨੂੰ ਫੋਨ ਕਰਕੇ ਕਿਹਾ ਵੀ ਯਾਰ ਮਤਲਬ ਕਹਾਣੀ ਮੈਂ ਤੇਰੀ ਅਨੁਵਾਦ ਕੀਤੀ, ਪੜ੍ਹੀ ਆ, ਛਾਪੀ ਆ, ਤੇ ਉਹਨੂੰ ਉਹਦੇ ਕਰੈਕਟਰ ਬਾਰੇ ਸੋਚ ਕੇ ਨਾ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਉਹਨੂੰ ਕਿਹਾ ਵੀ ਮੈਂ ਮਹਿਸੂਸ ਕਰਦਾ ਕਿ ਮੈਨੂੰ ਦੱਲਾ ਬਣ ਜਾਣਾ ਚਾਹੀਦਾ। ਮੈਂ ਉਹਨੂੰ ਕਿਹਾ, ਹੁਣ ਮੈਂ ਮਤਲਬ ਜਿੱਦਾਂ ਤੁਸੀਂ ਮਰਦਾਂ ਦੀ ਗੱਲ ਕੀਤੀ ਹੈ ਨਾ, ਤੇ ਮੈਨੂੰ ਇਹ ਲੱਗਣ ਡਿਆ ਵੀ ਮੈਂ ਵਿਸ਼ਾਲ ਦੀ ਜਗ੍ਹਾ ਵਿਸ਼ਾਲੀ ਕੁਮਾਰੀ ਹੁੰਦੀ ਤੇ ਜ਼ਿਆਦਾ ਵਧੀਆ ਸੀ। ਨਹੀਂ। ਅੱਛਾ, ਆਪਾਂ ਤੁਹਾਡੀ ਇਸ ਗੱਲ ਨੂੰ ਲੈ ਕੇ ਨਾ, ਅੱਜ ਜਿਹੜੀ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ, ਅੱਜ ਦੀ ਪੰਜਾਬੀ ਕਵਿਤਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਾਂ ਜੇ ਹੋ ਸਕਦਾ ਕਿ ਜਿਹੜੇ ਸਾਡੇ ਨੌਜਵਾਨ ਰਾਈਟਰ ਨੇ, ਮਤਲਬ ਇਸ ਪੀੜ੍ਹੀ ਜਿਹੜੀ ਅੱਗੇ ਆਈ ਆ, ਤੇ ਜਾਂ ਕਿੰਨਾ ਲੋਕਾਂ ਦੀ ਕਵਿਤਾ ਤੁਹਾਨੂੰ ਜ਼ਿਆਦਾ ਪਸੰਦ ਆ, ਜਾਂ ਕਵਿਤਾ ਦਾ ਕਿਹੋ ਜਿਹਾ ਮਾਡਲ ਹੋਣਾ ਚਾਹੀਦਾ? ਦੇਖੋ, ਗੱਲ ਇਹ ਹੈ, ਨਵੇਂ ਮੁੰਡੇ ਕੁੜੀਆਂ ਬਹੁਤ ਵਧੀਆ ਲਿਖ ਰਹੇ ਨੇ। ਜਗਵਿੰਦਰ ਜੋਧਾ ਨਵੇਂ ਮੁੰਡਿਆਂ 'ਚੋਂ ਆਇਆ, ਆਪਣਾ ਜਗਦੀਪ ਸਿੱਧੂ ਨਵੇਂ ਮੁੰਡਿਆਂ 'ਚੋਂ ਆਇਆ, ਠੀਕ ਹੈ। ਅਨੂ ਬਾਲਾ ਕਿਆ ਬਾਤ ਹੈ, ਬਹੁਤ ਵਧੀਆ ਲਿਖਦੀ ਹੈ। ਇੱਕ ਸਿਮਰਤ ਸੁਮੇਰਾ ਕੁੜੀ ਹੈ, ਬਹੁਤ ਵਧੀਆ ਲਿਖਦੀ ਹੈ। ਕੈਨੇਡਾ ਦੇ ਵਿੱਚ ਬਰੈਂਪਟਨ 'ਚ ਰਹਿ ਰਹੀ ਹੈ ਅਮਰਜੀਤ ਪੰਛੀ, ਹੈ ਤਾਂ ਮੇਰੇ ਟੀਚਰ ਦੀ ਕੁੜੀ ਹੈ। ਆਪਣਾ ਕਰਤਾਰ ਸਿੰਘ ਪੰਛੀ, ਭਾਵੇਂ ਮੈਂ ਉਹਨੂੰ ਤਾਂ ਨਹੀਂ ਪੜ੍ਹੀ, ਡਰਾਇੰਗ ਮਾਸਟਰ ਹੁੰਦੇ ਸਨ ਮੇਰੇ, ਪਰ ਸਾਡੇ ਅਧਿਆਪਕ ਹੁੰਦੇ ਨੇ। ਬਹੁਤ ਵਧੀਆ ਲਿਖਦੀ ਹੈ। ਇਹ ਇਸ ਤਰ੍ਹਾਂ ਦੇ ਲਿਖਣ ਵਾਲੇ ਹੋਰ ਬੜੇ ਹੋਣਗੇ। ਰਮਨ ਸੰਧੂ ਹੈ, ਬੜੀ ਵਧੀਆ ਗਜ਼ਲ ਲਿਖਦਾ ਹੈ, ਬੜੇ ਨਾਂ ਨੇ, ਤੇ ਇਹ ਤਾਂ ਮੈਂ ਕੁਛ ਚੁਣਵੇਂ ਨਾਂ ਲਏ ਨੇ। ਲੇਕਿਨ ਜਿਹੜੀ 90% ਕਵਿਤਾ ਰਚੀ ਜਾ ਰਹੀ ਹੈ, ਉਹ ਕਵਿਤਾ ਨਹੀਂ ਹੈ। ਅੱਛਾ, ਪੰਜਾਬੀ ਦੇ ਮੈਗਜ਼ੀਨ ਜਿਹੜੇ ਨਿਕਲ ਰਹੇ ਨੇ ਅੱਜ,
ਹੈ ਨਾ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਉਹਨਾਂ ਦਾ ਚੰਗੀ ਕਵਿਤਾ ਨੂੰ ਸਾਹਮਣੇ ਲਿਆਉਣ 'ਚ ਕਿੰਨਾ ਕੁ ਰੋਲ ਆ, ਜਾਂ ਪੰਜਾਬੀ ਪਰਚਾ ਮਤਲਬ ਨਾਗਮਣੀ ਦਾ ਯੁੱਗ ਹੋ ਗਿਆ। ਕੀ ਬਾਤ ਹੈ। ਤੇ ਉਦੋਂ ਪਹਿਲਾਂ ਪਰਮਿੰਦਰਜੀਤ ਹੋਣੀ ਲੋ ਕੱਢਦੇ ਸੀ, ਸਿਰਜਣਾ ਨਿਕਲ ਲਿਆ 200 ਅੰਕ ਉਹਦੇ ਨਿਕਲ ਗਏ ਆ। ਹੁਣ ਸੁਸ਼ੀਲ ਦਸਾਂਝ ਹੋਣੀ ਕੱਢ ਰਹੇ ਆ, ਚਿਰਾਗ ਹੁੰਦਲ ਹੋਣੀ ਕੱਢ ਰਹੇ ਆ, ਹੁਣ ਕਰਮਜੀਤ ਹੋਣੀ ਕੱਢ ਰਹੇ ਲਗਾਤਾਰ। ਮਤਲਬ ਪੰਜਾਬੀ ਪਰਚਾ ਜਿਹੜਾ ਅੱਜ ਦਾ ਉਹ ਕਿੱਥੇ ਖੜਾ, ਉਹਦਾ ਕਿੱਦਾਂ ਦਾ ਰੋਲ ਆ ਸਾਹਿਤ ਬਾਰੇ, ਸਾਹਿਤ ਨੂੰ, ਚੰਗੇ ਸਾਹਿਤ ਨੂੰ ਅੱਗੇ ਲਿਆਉਣ 'ਚ? ਦੇਖੋ, ਮੈਂ ਜਦੋਂ ਤੁਸੀਂ ਗੱਲ ਕਰਦੇ ਹੋ ਪ੍ਰੀਤ ਲੜੀ ਦੀ ਗੱਲ ਕਰਦੇ ਹੋ, ਪ੍ਰੀਤ ਲੜੀ 'ਚ ਛਪ ਜਾਣਾ, ਨਾਗਮਣੀ 'ਚ ਛਪਣਾ, ਇੱਕ ਸ਼ਾਇਰ ਹੋਣਾ, ਲੇਖਕ ਹੋਣਾ, ਆਰਸੀ ਵਿੱਚ ਜਿਹੜਾ ਬੰਦਾ ਛਪ ਗਿਆ, ਅੱਜ ਕੱਲ੍ਹ ਖੁੰਬਾਂ ਵਾਂਗੂ ਉੱਗੇ ਹੋਏ ਪਰਚੇ ਨੇ, ਬਹੁਤ ਪਰਚੇ ਨੇ, ਗਿਣਤੀ ਕੋਈ ਨਹੀਂ, ਲੇਕਿਨ ਕੁਝ ਪਰਚੇ ਨੇ। ਜਦੋਂ ਹੁਣ ਆਇਆ ਸੀਗਾ, ਹੁਣ ਦਾ ਇੱਕ ਮਿਆਰ ਸੀਗਾ। ਉਸ ਤੋਂ ਪਹਿਲਾਂ ਜਦੋਂ ਕਿ ਲੋ ਪਰਮਿੰਦਰ ਜੀ ਦਾ ਲੋ ਸੀਗਾ, ਮੈਂ ਲੋ 'ਚ ਛਪਦੀ ਰਹੀ ਹਾਂ। ਅਕਸ ਸੀਗਾ ਦਿੱਲੀ ਤੋਂ, ਫਿਰ ਲੋ ਅੱਖਰ 'ਚ ਬਦਲਿਆ, ਅਮਨ ਹੋਣਾ ਦੀ ਮੌਤ ਤੋਂ ਬਾਅਦ ਲੋ ਬੰਦ ਹੋਇਆ, ਅੱਖਰ ਆਇਆ। ਅੱਜ ਕੱਲ੍ਹ ਤੂੰ ਉਸ ਨੂੰ ਕਰ ਰਿਹਾ ਹੈ। ਪਿੱਛੇ ਜੇ ਥੋੜ੍ਹਾ ਜਿਹਾ ਉਹ ਤੇਰੇ ਲੈਣ ਤੋਂ ਪਹਿਲਾਂ ਤਾਂ ਮੇਰਾ ਖਿਆਲ ਖਤਮ ਜਿਹਾ ਹੀ ਹੋ ਗਿਆ ਸੀ, ਉਹਨੂੰ ਸਰਵਾਈਵ ਕੀਤਾ ਹੈ। ਅੱਛੇ ਪਰਚੇ ਨੇ, ਪਰ ਕਈ ਪਰਚੇ ਮੈਨੂੰ ਇਹ ਵੀ ਹੈਗਾ ਬਈ ਜਿਨ੍ਹਾਂ ਜਿਹੜੇ ਮੁਆਫ ਕਰਨਾ, ਵਧੀਆ ਲੇਖਕ ਵੀ ਨਹੀਂ ਗਏ, ਉਹ ਸ਼ਾਇਰ ਵੀ ਨਹੀਂ ਗਏ, ਉਹਨਾਂ ਦੀ ਰਚਨਾ ਸ਼ਾਇਦ ਛਪਦੀ ਵੀ ਨਹੀਂ। ਕੁਝ ਐਸੀਆਂ ਰਚਨਾਵਾਂ ਵੀ ਅੱਗੇ ਮੈਗਜ਼ੀਨ ਆਏ ਨੇ ਜਿਹੜੇ ਥੋੜ੍ਹਾ ਚਿਰ ਚੱਲਦੇ ਨੇ, ਫਿਰ ਉਹ ਬੰਦ ਹੋ ਜਾਂਦੇ ਨੇ। ਮੇਰੀਆਂ ਦੁਆਵਾਂ ਅੱਖਰ ਵਾਸਤੇ ਖਾਸ ਤੌਰ 'ਤੇ, ਕਿਉਂਕਿ ਅੱਖਰ 'ਚ ਮੈਨੂੰ ਪਰਮਿੰਦਰਜੀਤ ਨਜ਼ਰ ਆਉਂਦਾ ਹੈ, ਵਧੀਆ ਦੋਸਤ, ਵਧੀਆ ਸ਼ਾਇਰ, ਦਬੰਗ ਬੰਦਾ। ਉਹ ਤੇ ਚਲੋ ਸਾਰੇ ਦੋਸਤਾਂ ਦੇ ਸਹਿਯੋਗ ਨਾਲ ਹੀ ਆ। ਹੁਣ ਆਪਾਂ ਅੱਖਰ ਦੀ ਗੱਲ ਕਰਨ ਲੱਗ ਪਏ ਤੇ ਸਾਡੇ ਦਰਸ਼ਕਾਂ ਨੇ ਤੇ ਸਾਡੇ ਦੋਸਤਾਂ ਨੇ ਸੋਚਣਾ ਵੀ ਸ਼ਾਇਦ ਵਿਸ਼ਾਲ ਨੇ ਸਵਾਲ ਹੀ ਅੱਖਰ ਕਰਕੇ ਕੀਤਾ। ਅੱਖਰ ਮੈਂ ਸਿਰਫ ਅੱਖਰ 'ਚ ਤੂੰ ਨਹੀਂ, ਅੱਖਰ 'ਚ ਪਰਮਿੰਦਰਜੀਤ ਆ। ਮੈਂ ਤੇ ਸਿਰਫ ਪਰਮਿੰਦਰਜੀਤ ਦੀ ਤੂੰ ਤੇ ਐਡੀਟਰ ਹੈ। ਮੈਂ ਤਾਂ ਉਹਦੀ ਗਵਾਹੀ ਭਰੀ ਆ ਅੱਖਰ ਦੀ। ਮੈਂ ਚੰਗੀ ਕਵਿਤਾ ਦੀ ਗਵਾਹੀ ਭਰ ਰਿਹਾ, ਚੰਗੀ ਰਚਨਾ ਦੀ ਗਵਾਹੀ ਭਰ ਰਿਹਾ, ਉਹਦੇ 'ਚ ਮੈਂ ਕੁਛ ਨਹੀਂ ਕਰ ਰਿਹਾ। ਸਾਡੀ ਸਾਰੀ ਟੀਮ ਆ, ਸਾਡੇ ਡਾਕਟਰ ਕਰਨੈਲ ਹੋਣੀ ਆ, ਪਰਮਿੰਦਰ ਸੋਢੀ ਹੋਣੀ ਆ, ਡਾਕਟਰ ਰਾਗ ਮੈਗਜ਼ੀਨ ਆਇਆ ਸੀ, ਅੱਛਾ ਸੀ, ਪਰ ਉਹ ਪਤਾ ਨਹੀਂ ਕਿਸੇ ਕਾਰਨਾਂ ਕਰਕੇ ਉਹ ਬੰਦ ਹੋ ਗਿਆ। ਕਿਸੇ ਵੇਲੇ ਜਾਗਰਤੀ ਬੜਾ ਵਧੀਆ ਮੈਗਜ਼ੀਨ ਹੁੰਦਾ ਸੀ, ਚੰਡੀਗੜ੍ਹ ਪਬਲਿਕ ਰਿਲੇਸ਼ਨ ਦਾ। ਅੱਛਾ, ਪੰਜਾਬੀ ਦੁਨੀਆ ਬਹੁਤ ਵਧੀਆ ਚੱਲਦੀ ਸੀ, ਸਾਹਿਤਕ ਪੱਧਰ ਦਾ ਸਾਹਿਤ ਸਮਾਚਾਰ ਸੀਗਾ, ਠੀਕ ਹੈ। ਇਹ ਵਧੀਆ, ਮਤਲਬ ਜਿਹਨਾਂ ਨੂੰ ਕਹਿੰਦੇ ਹੁੰਦੇ ਨੇ ਵੀ ਜਿਹੜੇ ਪੜ੍ਹਨ ਲਿਖਣ ਵਾਲੇ ਬੰਦੇ ਸੀ, ਉਹਨੂੰ ਪਸੰਦ ਕਰਦੇ ਸੀ। ਅੱਛਾ ਸਰ, ਮਨਜੀਤ ਜੀ, ਇੱਕ ਸਾਡੀ ਟੀਮ ਅਕਸਰ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰਦੇ ਹਾਂ ਤੇ ਮੇਰੀ ਸਾਰੀ ਟੀਮ ਜਿਹੜੀ ਆ ਉਹ ਕਹਿੰਦੇ ਹੁੰਦੇ ਕਿ ਵਿਸ਼ਾਲ ਨੇ ਇੱਕ ਸਵਾਲ ਕਰਨਾ ਵਾ, ਵੀ ਕੋਈ ਗੱਲ ਰਹਿ ਤਾਂ ਨਹੀਂ ਗਈ, ਸਵਾਲ ਵੀ ਤੁਹਾਡਾ ਤੇ ਜਵਾਬ ਵੀ ਤੁਹਾਡਾ। ਤੇ ਮੈਂ ਉਹੀ ਸਵਾਲ ਫਿਰ ਦੁਹਰਾ ਰਿਹਾ ਵਾਂ ਵੀ ਹੋ ਸਕਦਾ ਮੇਰੇ ਕੋਲ ਕੋਈ ਗੱਲ ਰਹਿ ਗਈ ਹੋਵੇ। ਦੇਖੋ, ਗੱਲਾਂ ਜ਼ਿੰਦਗੀ ਦੀਆਂ ਕਦੀ ਮੁੱਕਦੀਆਂ ਨਹੀਂ ਹੁੰਦੀਆਂ। ਮੈਂ ਬਸ ਸਿਰਫ ਇੱਕੋ ਗੱਲ ਕਹਿੰਦੀ ਹਾਂ ਕਿ ਮੈਂ ਪੰਜਾਬੀ ਸਾਹਿਤ, ਪੰਜਾਬੀ ਇਸ ਦੁਨੀਆ ਨੂੰ, ਪੰਜਾਬੀ ਦੇ ਲੋਕਾਂ ਨੂੰ, ਇਹ ਜੋ ਕੁਛ ਵੀ ਅਸੀਂ ਜਿਨ੍ਹਾਂ ਊਣਤਾਈਆਂ ਵੱਲ ਅਸੀਂ ਗੱਲ ਕੀਤੀ ਹੈ, ਮੈਂ ਇਸ ਤੋਂ ਬਿਨਾਂ ਇਸ ਸਮਾਜ ਦੀ ਸਿਰਜਣਾ ਨੂੰ, ਸਮਾਜ ਨੂੰ ਵੇਖਣਾ ਚਾਹ ਰਹੀ ਹਾਂ, ਪੰਜਾਬੀ ਸਾਹਿਤ ਨੂੰ ਘੱਟੋ ਘੱਟ ਦੇਖਣਾ ਚਾਹ ਰਹੀ ਹਾਂ। ਮੈਂ, ਮੇਰੀਆਂ ਬੇਨਤੀਆਂ ਨੇ ਮੇਰੀਆਂ ਬੱਚੀਆਂ ਲਈ, ਮੇਰੀਆਂ ਭੈਣਾਂ ਲਈ, ਕਿ ਬਈ ਕਿਸੇ ਦੇ ਸਹਾਰੇ, ਕਿਸੇ ਦੇ, ਮੇਰਾ ਇੱਕ ਸ਼ੇਅਰ ਹੈ ਕਿ ਗੈਰਾਂ ਦੇ ਆ ਮੋਢਿਆਂ ਦਾ ਆਸਰਾ ਨਾ ਲੋੜੀਏ, ਆਪਣੇ ਭਰੋਸੇ ਵਿੱਚ ਕਾਂਜੀ ਕਾਹਨੂੰ ਕੋਲੀਏ। ਸੋ ਕਿਸੇ ਦਾ ਆਸਰਾ ਨਾ ਲਓ, ਆਪਣੇ ਪੈਰਾਂ 'ਚ ਆਪਣਾ ਦਮ ਪੈਦਾ ਕਰੋ, ਆਪਣੀਆਂ ਲੱਤਾਂ ਨੂੰ ਆਪਣਾ ਭਾਰ ਸਹਿਣ ਦਾ ਦਮ ਪੈਦਾ ਕਰੋ, ਆਪਣੇ ਆਪ 'ਚ ਸਾਹਿਤ ਨੂੰ ਆਪਣੇ ਅੰਦਰ ਉਗਾਓ, ਸਾਹਿਤ ਨੂੰ ਕਿਸੇ ਦੇ ਮੋਢਿਆਂ 'ਚੋਂ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ। ਬਸ। ਅੱਛਾ, ਇਹ ਜਾਂਦੇ ਜਾਂਦੇ ਇੱਕ ਸਵਾਲ ਇਹ ਹੈ
ਕਿ ਦੇਖੋ ਤੁਹਾਡੀ ਆਵਾਜ਼ ਵੀ ਬੜੀ ਖੂਬਸੂਰਤ ਆ ਤੇ ਜਿੰਨੇ ਸਾਲਾਂ ਦੇ ਤੁਸੀਂ ਹੋ ਗਏ ਆ ਲੱਗਦੇ ਵੀ ਨਹੀਂ ਆ ਤੇ ਕੋਈ ਮੇਰੇ ਵਰਗਾ ਮਤਲਬ ਤੇ ਮਨਜੀਤ ਤੇ ਇੰਦਰਾ ਵਰਗੀ ਨੂੰ ਕੋਈ ਪ੍ਰਪੋਜ਼ ਕਰਦਾ, ਮੈਂ ਸਪੋਜ਼ ਕਰ ਲਓ ਵੀ ਮੈਂ ਹੁਣੇ ਹੀ ਤੁਹਾਨੂੰ ਗੁਲਾਬ ਦਾ ਫੁੱਲ ਫੜਾਉਣਾ ਚਾਹਾਂ ਤੇ ਮੁਹੱਬਤ ਦੀ ਗੱਲ ਕਰਾਂ ਤੇ ਤੁਹਾਡਾ ਇੱਕਦਮ ਕੀ ਰਿਐਕਟ ਹੋਏਗਾ? ਮੈਂ ਕੋ ਜਿਉਂਦਾ ਰਹਿ ਪੁੱਤਰ। ਤੁਹਾਡਾ ਬਹੁਤ ਬਹੁਤ ਧੰਨਵਾਦ ਮਨਜੀਤ ਇੰਦਰਾ ਜੀ, ਅੱਜ ਤੁਸੀਂ ਆਏ ਸਾਡੇ ਸਟੂਡੀਓ 'ਚ, ਆਪਾਂ ਗੱਲਬਾਤ ਕੀਤੀ। ਇੱਕ ਮਤਲਬ ਲੱਗਦਾ ਹੀ ਨਹੀਂ ਕਿ ਆਪਾਂ ਮਤਲਬ ਕੈਮਰਿਆਂ ਦੇ ਸਾਹਮਣੇ ਬੈਠੇ ਆ, ਜਿੰਨਾ ਵਧੀਆ ਆਪਣੀ ਗੱਲਬਾਤ ਹੋਈ ਆ। ਤੇ ਘੱਟੋ ਘੱਟ ਮੈਂ ਫਿਰ ਮਤਲਬ ਚਲੋ ਮੈਨੂੰ ਵੀ ਮਾਂ ਵਾਂਗੂ ਆਸ਼ੀਰਵਾਦ ਲੈਣਾ ਹੀ ਪਏਗਾ ਫਿਰ। ਤੇ ਤੁਸੀਂ ਆਏ ਸਾਡੇ ਸਟੂਡੀਓ 'ਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਬਹੁਤ ਸ਼ੁਕਰੀਆ। ਦੋਸਤੋ, ਅੰਬਰਾਂ ਦੇ ਸਰਨਾਵੇ ਪ੍ਰੋਗਰਾਮ ਦਾ ਸਿਲਸਿਲਾ ਚੱਲਦਾ ਰਹੇਗਾ। ਅੱਜ ਸਾਡੇ ਕੋਲ ਮਨਜੀਤ ਇੰਦਰਾ ਜੀ ਸਨ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ। ਬੜੇ ਵਿਸਥਾਰ ਨਾਲ ਗੱਲਾਂ ਹੋਈਆਂ ਪੰਜਾਬੀ ਕਵਿਤਾ ਬਾਰੇ, ਸਾਹਿਤ ਬਾਰੇ, ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ, ਬੜੇ ਦਬੰਗ ਗੱਲਾਂ ਉਹਨਾਂ ਨੇ ਕੀਤੀਆਂ। ਆਪਾਂ ਅਗਲੇ ਹਫਤੇ ਫਿਰ ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਨਾਲ। ਆਪਾਂ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।